ਇੱਕ ਅਦੁੱਤੀ ਗੁਰੂ ਨਾਨਕ ਦੇਵਾ। ਓੰਕਾਰ ਗੁਰ ਅੰਗਦ ਅਭੇਵਾ। ਸਤਨਾਮ ਗੁਰ ਅੰਮ੍ਰਿਤ ਪਿਆਰੇ। ਕਰਤਾ ਰਾਮਦਾਸ ਗੁਰ ਵਾਰੇ। ਪੁਰਖ ਸ੍ਰੀ ਅਰਜਨ ਸੁਖ ਦਾਨੀ। ਨਿਰਭਉ ਹਰਿ ਗੋਬਿੰਦ ਗੁਣ ਖਾਨੀ। ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ। ਅਕਾਲ ਮੂਰਤ ਹਰਿ ਕ੍ਰਿਸ਼ਨ ਧਿਆਏ। ਅਜੂਨੀ ਤੇਗ ਬਹਾਦਰ ਰਾਈ। ਸੈਭੰ ਸ੍ਰੀ ਦਸਮੇਸ਼ ਸਹਾਈ। ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ। ਵਾਹਿਗੁਰੂ ਬੰਦਨ ਭਗਵਾਨਾ। ਬਾਣੀ ਗੁਰੂ ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪ੍ਰਤੱਖ ਗੁਰੂ ਨਿਸਤਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪ੍ਰਤੱਖ ਗੁਰੂ ਨਿਸਤਾਰੇ। ਪਤਿਤ ਪਾਵਨ ਭਗਤ ਵਛਲ। ਕਿਰਪਾ ਦੇ ਸਾਗਰ ਰਹਿਮਤਾਂ ਦੇ ਭੰਡਾਰੇ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਸਰੂਪ ਜਾਗਦੀ ਜੋਤ। ਹਾਜ਼ਰ ਨਾਜ਼ਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦੇ ਪਾਵਨ ਔਰ ਪਵਿੱਤਰ ਹਜ਼ੂਰੀ ਦੇ ਅੰਦਰ ਬਹੁਤ ਹੀ ਸ਼ਰਧਾ ਦੇ ਨਾਲ, ਪ੍ਰੇਮ ਦੇ ਨਾਲ, ਵੈਰਾਗ ਦੇ ਨਾਲ ਭਿੱਜ ਕੇ ਬੈਠੀ ਹੋਈ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਹੋਈ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਸਭ ਤੋਂ ਪਹਿਲਾਂ ਗਰੀਬ ਨਵਾਜ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਈਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਗੁਰੂ ਫਤਿਹ ਦੀ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸੁੰਦਰ ਸਾਜਰੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਸਤਿਗੁਰਾਂ ਦੀਆਂ ਰਹਿਮਤਾਂ ਦਾ, ਕਿਰਪਾਲਤਾ, ਦਿਆਲਤਾ ਦਾ ਸਦਕਾ ਜੋ ਇਸ ਸਥਾਨ ਤੇ ਹਫ਼ਤਾਵਾਰੀ ਦੀਵਾਨ ਸਜਦੇ ਨੇ, ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦਾ ਯਤਨ ਕਰ ਰਹੇ ਹਾਂ। ਇੱਕ ਘੜੀ ਥੋੜਾ ਜਿਹਾ ਸਮਾਂ ਵੀ ਗੁਰੂ ਪਰਮੇਸ਼ਰ ਦੀ ਯਾਦ ਦੇ ਵਿੱਚ ਜੁੜਿਆ ਜਾਵੇ ਤੇ ਬੇਅੰਤ ਲਾਭ ਪ੍ਰਾਪਤ ਹੁੰਦਾ ਹੈ। ਕਬੀਰ ਸਾਹਿਬ ਜੀ ਵਚਨ ਕਰਦੇ, ਕਬੀਰ ਏਕ ਘੜੀ ਆਧੀ ਕਰੀ ਆਧੀ ਹੂੰ ਤੇ ਆਧ। ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਐਸਾ ਕਬੀਰ ਸਾਹਿਬ ਜੀ ਦਾ ਵਚਨ ਹੈ ਕਿ ਇੱਕ ਘੜੀ ਹੋਵੇ, ਇੱਕ ਤੋਂ ਅੱਧੀ ਘੜੀ ਹੋਵੇ, ਅੱਧੀ ਤੋਂ ਵੀ ਅੱਧੀ ਘੜੀ ਦਾ ਸਮਾਂ ਜੇ ਗੁਰ ਪਰਮੇਸ਼ਰ ਦੀ ਯਾਦ ਦੇ ਵਿੱਚ ਜੁੜਨ ਦਾ ਮਿਲ ਜਾਵੇ, ਜੁੜ ਜਾਣਾ ਚਾਹੀਦਾ। ਕਿਉਂਕਿ ਭਗਤਾਂ ਗੁਰਮੁਖਾਂ ਸੰਗਤਾਂ ਦੇ ਨਾਲ ਜੁੜਿਆ ਹੋਇਆ ਜੋ ਗਿਆਨ ਗੋਸ਼ਟੀ ਹੁੰਦੀ ਹੈ, ਜੋ ਸਤਿਗੁਰ ਗਰੀਬ ਨਵਾਜ ਜੀ ਦੇ ਨਾਲ ਜੁੜਨ ਦੀਆਂ, ਨਾਮੀ ਪਰਮੇਸ਼ਰ ਦੇ ਨਾਲ ਜੁੜਨ ਦੀਆਂ, ਨਾਮ ਦੀਆਂ ਕਹਾਣੀਆਂ, ਹਰ ਕੀ ਕਥਾ ਹੁੰਦੀ ਹੈ, ਕੀਰਤਨ ਹੁੰਦਾ ਹੈ, ਉਹਦੇ ਵਿੱਚੋਂ ਸਾਨੂੰ ਲਾਭ ਹੀ ਲਾਭ ਪ੍ਰਾਪਤ ਹੁੰਦਾ ਹੈ। ਕਿਸੇ ਪ੍ਰਕਾਰ ਕੋਈ ਤੋਟਾ ਜਾਂ ਘਾਟਾ ਪ੍ਰਾਪਤ ਨਹੀਂ ਹੁੰਦਾ। ਤੋ ਸਾਧ ਸੰਗਤ ਜੀ 26 ਕੁ ਮਿੰਟਾਂ ਜਾਂ 24 ਕੁ ਮਿੰਟਾਂ ਦੀ ਇੱਕ ਘੜੀ ਮੰਨੀ ਗਈ ਹੈ। ਤੋ ਇੱਕ ਘੜੀ ਜੇ 24 ਮਿੰਟਾਂ ਦੀ ਹੋਈ ਤੇ 12 ਮਿੰਟਾਂ ਦੀ ਅੱਧੀ ਘੜੀ ਤੇ 6 ਮਿੰਟਾਂ ਦੀ ਉਸ ਤੋਂ ਵੀ ਅੱਧੀ ਘੜੀ। ਤੋ ਕਬੀਰ ਸਾਹਿਬ ਕਹਿੰਦੇ ਜੇ ਕਿਤੇ ਤੂੰ ਮਨ ਕਰਕੇ ਜੁੜ ਜਾਵੇਂ ਪਰਮੇਸ਼ਰ ਦੇ ਚਰਨਾਂ ਦੇ ਵਿੱਚ, ਜੇ 5-7 ਮਿੰਟ ਵੀ ਤੇਰੀ ਹਾਜ਼ਰੀ ਲੱਗ ਜਾਵੇ ਤੇ ਤੇਰੇ ਜੀਵਨ ਦੇ ਵਿੱਚ ਕ੍ਰਾਂਤੀ ਆ ਜਾਵੇਗੀ, ਤੇਰੇ ਜੀਵਨ ਦੇ ਵਿੱਚ ਤਬਦੀਲੀ ਆ ਜਾਵੇਗੀ। ਤੋ ਇਸ ਕਰਕੇ ਸਾਧ ਸੰਗਤ ਜੀ ਸੰਗਤ ਦੇ ਵਿੱਚ ਜੁੜਨ ਦੇ ਨਾਲ ਬਹੁਤ ਭਾਰੀ ਲਾਭ ਪ੍ਰਾਪਤ ਹੁੰਦਾ ਹੈ।
संगत को गुण बहुत अधिकाई, पढ़ सूआ गनक उधारे। ऐसा गरीब नवाज पातशाह जी वचन करते हैं कि संगत दे विच जुड़न दा बड़ा भारी लाभ प्राप्त हुंदा है, बहुत ही गुण प्राप्त हुंदा। कहते गणका ने जो साधुआं की संगत की, महापुरख अचानक गणका द्वारा आए खलोता। गणका पापण सी, भाई गुरदास साहब जी कहते ने गणका पापण होए कै पापां दा गल हार परोता। ऐसी गणका पापण इन्ने पाप कीते, इन्ने कुकर्म कीते, कहते उन्हें एक साप दा अपने नाल पापां दा गल दे विच हार ही परो के पाया होया सी। पर महापुरख जदों उधार करन वास्ते आए, जदों अकाल पुरख की ड्यूटी के अनुसार महापुरख पहुँचे ने, नगर दे विच पहुँचदियां पुछया कि भाई बारिश पै रही है, नेरी चल रही है, समा रात का होया पिया, तो इस करके सानू कुछ प्रशादे की भी लोड़ है और नाल दी नाल सानू कोई टिकाणा मिले, असीं सुक्के वस्त्र पाईए, साडी ठंड दूर होवे। ते साध संगत जी मश्करियां करने वाले लोगों ने वेशवा का दर वाल इशारा कर दिता। गणका दे जो महल सी, जिहड़ा जो उसका चुबारा सी, उस वाले पासे नूं इशारा किया है कि महापुरखो जिथे दीवा जगदा उत्थे चले जाओ, उत्थे तुहानूं सब कुछ प्राप्त होवेगा। महापुरख गए ने, एक पैर दरवाजे की दलीज के अंदर, एक बाहर है। अंदर जदों वेख्या होर ही रौनक मेला लग्या होया है, लोगों का इकट्ठ मन दे विच आया कि ऐसा मैं गलत जगह ते आ गया। गणका दे भाग जागने सी, जाके पैरों के नाल लिपट गई, कहन लगी महापुरखो तुसीं कृपा करके आए हो, तो इस प्रकार सब दा ख्याल त्याग दिया होया गणका ने साध संगत जी महापुरखों की सेवा की। महापुरख कहन लगे कि ऐसा तैनूं तोता देने आ, तोते नूं पढ़ाउण दी तेरी जिम्मेवारी है। जिस दिन तोता पढ़ गया उस दिन तेरा पाप जिहड़ा दूर हो जाएगा, तो इस प्रकार तेरे ते रहमतां हो जाणगियां। ਇਹ ਸਾਧ संगत जी महापुरखों ਦੀਆਂ जुगतियां ਹੁੰਦੀਆਂ लोगों ਨੂੰ समझाउण दियां, उस परमेश्वर ਦੇ ਨਾਲ गुरु ਦੇ ਨਾਲ ਲਾਉਣ ਦੀਆਂ जुगतियां ਹੁੰਦੀਆਂ कि तोते ਨੂੰ पढ़ावेगी, तोते ਨੂੰ पढ़ाउंदियां एक दिन आप पढ़ जाएगी। तो साध संगत जी राम नाम दा मिठू राम राम कह इस तरह के नाल गणका ने पढ़ाउणा शुरू कर दिता। और लिव लागी तिस तोते आहो दुरमत पाप कलेवर धोता। भाई गुरदास जी कहते तोते नूं पढ़ाउंदियां आप गणका दी लिव बिरती उस राम अकाल पुरख वाहिगुरू दे नाल जुड़ गई। उस वाहिगुरू दे नाल गणका दी प्रीत लग पई, राम दे नाल ओदी प्रीत लग गई, जिस दे नाल दुरमत मैल कलेवर धोता। जिहड़ा दुरमत दे नाल लिबड़िया होया मन रूपी कपड़ा सी, नाम दे साबण दे नाल धो के निर्मल कर दिता। हुण साध संगत जी आपां राम नाम जपदे हां ते कई वारी हिंदू वीर जिहड़े ने कह दिंदे ने कि बाबा जी तुसीं राम राम दी गल करदे हो, हज़ारां वारी साडे राम दा नाम तुहाडे गुरु ग्रंथ साहिब दे विच आउंदा है, तो इस करके तुसीं साडे राम दे पुजारी हो। साध संगत जी सत्कार है श्री रामचंद्र जी दा, त्रेते दे अवतार होए ने, बड़ा भारी उन्होंने तो संगतां दे ताई जोड़िया भी परमेश्वर दे नाल। पर जेड़े राम दी सतगुर गरीब नवाज जी गल करते ने वो त्रेते दा अवतार दशरथ दा बेटा राम नहीं। विद्वान पुरुष जी गल करते हैं इस प्रकार मजन आउंदे ने विद्वता दे वचन सुनन दे विच। किसी ने जल्लण जट नूं पुछया, कहन लगे किहड़ा राम है, राम किस दी गल करदे हो तुसीं? उस वेले भाई जल्लण जी कहन लगे एक राम दशरथ का बेटा, एक राम घट घट महलेटा, एक राम का सगल पसारा, एक राम सब हूते न्यारा। पुछण वाला कहंदा कौन राम दशरथ का बेटा, कौन राम घट घट महलेटा, किस राम का सगल पसारा, कौन राम सब हूते न्यारा। भाई जल्लण जी कहन लगे इस करके तो जड़ा जीव राम, तो इस प्रकार राम राम दशरथ का बेटा, जीव राम घट घट में लेटा, माँ बिंद राम का सगल पसारा, निर्गुण राम सब हूते न्यारा। वो कहन लगे जिहड़ा दशरथ का बेटा राम वो त्रेते का अवतार होया है,
ਤੇ ਜੀਵ ਰਾਮ ਘਟ ਘਟ ਮੇ ਲੇਟਾ। ਆਪਾਂ ਸਾਰੇ ਜੀਵ ਹਾਂ, ਸਾਡੇ ਸਾਰਿਆਂ ਦੇ ਵਿੱਚ ਪਰਮੇਸ਼ਰ ਦੀ ਨਿਰੰਜਨੀ ਜੋਤ ਚੇਤਨ ਸੱਤਾ ਹੈ। ਤੇ ਇਸ ਕਰਕੇ ਸਾਡੇ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਰਾਮ। ਤੇ ਇਸ ਪ੍ਰਕਾਰ ਜੀਵ ਵੀ ਰਾਮ ਹੈ। ਔਰ ਬਿੰਦ ਰਾਮ ਕਾ ਸਗਲ ਪਸਾਰਾ, ਜੋ ਪਰਮੇਸ਼ਰ ਨੇ ਸੰਸਾਰ ਨੂੰ ਚਲਾਉਣ ਵਾਸਤੇ ਮਾਇਆ ਸਾਧ ਸੰਗਤ ਜੀ ਪੈਦਾ ਕਰ ਦਿੱਤੀ, ਉਸ ਬਿੰਦੂ ਰਾਮ ਮਾਇਆ ਰੂਪੀ ਰਾਮ ਦਾ ਸਾਰਾ ਪਸਾਰਾ ਹੈ। ਤੇ ਨਿਰਗੁਣ ਜਿਹੜਾ ਨਿਰੰਕਾਰ ਹੈ, ਮਾਇਕੀ ਆਕਾਰਾਂ ਤੋਂ ਰਹਿਤ ਉਹ ਪਰਮੇਸ਼ਰ ਸਾਰਿਆਂ ਤੋਂ ਨਿਆਰਾ ਹੈ, ਉਹ ਸੁੰਨ ਸਮਾਧੀ ਹੈ। ਔਰ ਇਸ ਪ੍ਰਕਾਰ ਜਦੋਂ ਉਹਦੇ ਮਨ ਦੇ ਵਿੱਚ ਖਿਆਲ ਆਉਂਦਾ ਹੈ, ਉਹ ਸੁੰਨ ਸਮਾਧੀ ਲਾ ਕੇ ਬੈਠ ਜਾਂਦਾ ਹੈ। ਤੇ ਜਦੋਂ ਉਹਦੇ ਮਨ ਦੇ ਵਿੱਚ ਖਿਆਲ ਆਉਂਦਾ ਕਿ ਇੱਕ ਹੋ ਬਹੁਤ ਸਿਆਮਾ ਪ੍ਰਾਜੈ, ਕਿ ਮੈਂ ਇੱਕ ਤੋਂ ਅਨੇਕ ਹੋ ਜਾਵਾਂ, ਉਸ ਵੇਲੇ ਸਾਧ ਸੰਗਤ ਜੀ ਸੰਸਾਰ ਦਾ ਪਸਾਰਾ ਕਰ ਦਿੰਦਾ ਹੈ। ਪਰ ਜਦੋਂ ਸੰਸਾਰ ਦੀ ਖੇਡ ਖੇਡਦਿਆਂ ਹੋਇਆਂ ਉਸ ਨਿਰਗੁਣ ਸਰੂਪ ਦਾ ਮਨ ਭਰ ਜਾਂਦਾ ਹੈ, ਤੇ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਖੇਲ 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 ਖੇਲਨ ਅੰਤ ਕੋ ਫਿਰ ਏਕ। ਖੇਡ ਖੇਡਦਿਆਂ ਹੋਇਆਂ ਸੰਸਾਰ ਦੀ ਉਸ ਅਕਾਲ ਪੁਰਖ ਦਾ ਜਦੋਂ ਮਨ ਭਰ ਜਾਵੇ, ਖੇਡ ਖੇਡਦਿਆਂ ਹੋਇਆਂ ਫਿਰ ਇੱਕ ਬਣ ਜਾਂਦਾ, ਸੁੰਨ ਸਮਾਧੀ ਲਾ ਕੇ ਬੈਠ ਜਾਂਦਾ ਹੈ, ਨਿਰਗੁਣ ਰੂਪ ਹੋ ਕਰਕੇ ਸੰਸਾਰ ਤੋਂ ਵੱਖਰਾ ਹੋ ਕੇ ਬੈਠ ਜਾਂਦਾ ਹੈ। ਤੇ ਇਸ ਕਰਕੇ ਸਾਧ ਸੰਗਤ ਜੀ ਜਿੱਥੇ ਦਸ਼ਰਥ ਦੇ ਬੇਟੇ ਦੀ ਰਾਮ ਦੀ ਗੱਲ ਹੈ, ਉੱਥੇ ਗਰੀਬ ਨਵਾਜ ਕਹਿੰਦੇ ਰਾਮ ਗਇਓ ਰਾਵਣ ਗਇਓ ਜਾ ਕਉ ਬਹੁ ਪਰਿਵਾਰ। ਤਾਂ ਗਰੀਬ ਨਵਾਜ ਕਹਿੰਦੇ ਰਾਮ ਵੀ ਚਲਿਆ ਗਿਆ, ਰਾਵਣ ਵੀ ਚਲਾ ਗਿਆ। ਔਰ ਇਸੇ ਪ੍ਰਕਾਰ ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੁੜ ਗਿਆ। ਇੱਥੇ ਦਸ਼ਰਥ ਦੇ ਬੇਟੇ ਰਾਮ ਦੀ ਗੱਲ ਹੈ। ਪਰ ਜਦੋਂ ਕਹਿੰਦੇ ਰਾਮ ਜਪ ਰਾਮ ਜਪ ਰਾਮ ਜਪ ਪਿਆਰੇ, ਉਦੋਂ ਉਸ ਰਾਮ ਦੀ ਗੱਲ ਹੈ ਜਿਹੜਾ ਰਾਮ ਸਾਰਿਆਂ ਦੇ ਵਿੱਚ ਰਮਿਆ ਹੋਇਆ, ਜੋ ਰਮਣ ਰੂਪ ਤੇ ਰਾਮ ਕਹਾਇਓ। ਸੰਸਾਰ ਦੇ ਵਿੱਚ ਰਮੇ ਹੋਏ ਹੋਣ ਕਰਕੇ ਹੀ ਉਹਨਾਂ ਨੇ ਆਪਣਾ ਇੱਕ ਨਾਮ ਰਾਮ ਕਹਾਇਆ ਹੈ। ਤੇ ਉਸ ਰਾਮ ਦੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਰਦੇ ਨੇ। ਔਰ ਇਸੇ ਪ੍ਰਕਾਰ ਲਿਵ ਲਾਗੀ ਤਿਸ ਤੋਤਿਆ ਦੁਰਮਤ ਰਾਮ ਕਲੇਵਰ ਧੋਤਾ। ਇਸੇ ਪ੍ਰਕਾਰ ਗਨਕਾ ਨੇ ਸਾਧ ਸੰਗਤ ਜੀ ਤੋਤੇ ਨੂੰ ਪੜਾਉਂਦਿਆਂ ਇੱਕ ਦਿਨ ਐਸੀ ਉਹਦੇ ਤੇ ਕਿਰਪਾ ਹੋ ਗਈ, ਅੰਦਰ ਜਿਹੜਾ ਅਜਪਾ ਜਾਪ ਸੀ ਚੱਲ ਪਿਆ। ਤੇ ਚੱਲ ਤੇ ਸਾਧ ਸੰਗਤ ਜੀ ਸਾਡੇ ਸਾਰਿਆਂ ਦੇ ਅੰਦਰ ਹੀ ਰਿਹਾ ਹੈ, ਅਜਪਾ ਜਾਪ ਸਾਡੇ ਸਾਰਿਆਂ ਦੇ ਅੰਦਰ ਚੱਲ ਰਿਹਾ ਹੈ। ਪਰ ਸਾਡੀ ਬਿਰਤੀ ਬਾਹਰ ਮੁਖੀ ਹੋਣ ਕਰਕੇ ਅਸੀਂ ਅੰਦਰਲੇ ਜਾਪ ਨੂੰ ਸੁਣ ਨਹੀਂ ਸਕਦੇ। ਜਦੋਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਨਾਮ ਦੀ ਕਮਾਈ ਕਰਦਿਆਂ ਹੋਇਆਂ ਸਾਡੀ ਬਿਰਤੀ ਇਕਾਗਰ ਹੁੰਦੀ ਹੈ, ਜਦੋਂ ਅਸੀਂ ਅੰਤਰਮੁਖ ਹੁੰਨੇ ਆ, ਉਸ ਵੇਲੇ ਫਿਰ ਅਜਪਾ ਜਾਪ ਆਪ ਮੁਹਾਰੇ ਚੱਲਦਾ ਹੈ। ਔਰ ਉਸ ਵੇਲੇ ਗਰੀਬ ਨਵਾਜ ਕਹਿੰਦੇ ਅਜਪਾ ਜਾਪ ਨਾ ਵੀਸਰੈ, ਆਦ ਜੁਗਾਦ ਸਮਾਏ। ਐਸੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਉਹ ਜਾਪ ਕਦੇ ਵਿਸਰਦਾ ਨਹੀਂ। ਔਰ ਇਸੇ ਪ੍ਰਕਾਰ ਹਰ ਵੇਲੇ ਫਿਰ ਉਹ ਜਾਪ ਸਰਵਣ ਹੁੰਦਾ, ਸੁਣਾਈ ਦਿੰਦਾ ਹੈ। ਤੋ ਇਸ ਪ੍ਰਕਾਰ ਸਾਧ ਸੰਗਤ ਜੀ ਰਾਮ ਦੇ ਨਾਲ ਜੁੜ ਕੇ ਗਨਕਾ ਨੇ ਜਿਹੜਾ ਸੀ ਦੁਰਮਤ ਦਾ ਮੈਲ ਦਾ ਭਰਿਆ ਹੋਇਆ ਮਨ ਰੂਪੀ ਕੱਪੜਾ, ਔਰ ਇਸੇ ਪ੍ਰਕਾਰ ਧੋ ਦਿੱਤਾ। ਗਈ ਗਨਕਾ ਬਿਵਾਨ ਚੜ। ਭਾਈ ਗੁਰਦਾਸ ਜੀ ਕਹਿੰਦੇ ਫਿਰ ਬਿਵਾਨ ਤੇ ਚੜ ਕੇ ਸੱਚਖੰਡ ਦੀ ਪ੍ਰਾਪਤੀ ਵਾਲੀ ਗਨਕਾ ਹੋ ਗਈ। ਕਿੰਨਾ ਕੁ ਕਿਤੇ ਸਮਾਂ ਸਾਧ ਸੰਗਤ ਜੀ ਗਨਕਾ ਨੂੰ ਮਹਾਂਪੁਰਖਾਂ ਦੇ ਦਦਾਰੇ ਹੋਏ, ਥੋੜਾ ਸਮਾਂ ਹੀ ਸੰਗਤ ਕੀਤੀ, ਪ੍ਰਸ਼ਾਦਾ ਛਕਾ ਕੇ ਬਸ ਸੁੱਕੇ ਹੀ ਵਸਤਰ ਦਿੱਤੇ ਸੀ, ਉਹਨੇ ਚਿਰ 'ਚ ਕਿਰਪਾ ਹੋ ਗਈ। ਇਸੇ ਕਰਕੇ ਕਬੀਰ ਸਾਹਿਬ ਕਹਿੰਦੇ ਕਬੀਰ ਏਕ ਘੜੀ ਆਧੀ ਘੜੀ, ਆਧੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਤੇ ਭਗਤਾਂ ਦੇ ਨਾਲ ਮਹਾਂਪੁਰਖਾਂ ਦੇ ਨਾਲ ਕੀਤੀਆਂ ਹੋਈਆਂ ਗਿਆਨ ਗੋਸ਼ਟੀਆਂ ਉਹ ਸਾਨੂੰ ਲਾਭ ਹੀ ਲਾਭ ਪਹੁੰਚਾਉਂਦੀਆਂ। ਔਰ ਇਸ ਪ੍ਰਕਾਰ ਜਿਵੇਂ ਰਾਗੀ ਸਿੰਘ ਸਾਹਿਬ ਜੀ ਕਹਿ ਰਹੇ, ਸਾਡੇ ਮਨ ਦੇ ਅੰਦਰ ਦੁਬਿਧਾ ਪਈ ਹੋਈ ਹੈ, ਇਸ ਦੁਬਿਧਾ ਨੇ ਸਾਨੂੰ ਪਰਮੇਸ਼ਰ ਤੋਂ ਦੂਰ ਕੀਤਾ ਹੋਇਆ ਹੈ, ਸਾਨੂੰ ਗੁਰੂ ਤੋਂ ਦੂਰ ਕੀਤਾ ਹੋਇਆ ਹੈ। ਦੁਬਿਧਾ ਬੌਰੀ ਮਨ ਬੌਰਾਇਆ, ਝੂਠਾ ਲਾਲਚ ਜਨਮ ਗਵਾਇਆ। ਤਾਂ ਗਰੀਬ ਨਵਾਜ ਕਹਿੰਦੇ ਦੁਬਿਧਾ ਨੇ ਸਾਡੇ ਮਨ ਨੂੰ ਕਮਲਾ ਕੀਤਾ ਹੋਇਆ ਹੈ। ਔਰ ਜੀਵ ਝੂਠੇ ਪਦਾਰਥਾਂ ਦੇ ਝੂਠੀ ਮਾਇਆ ਦੇ ਲਾਲਚ ਦੇ ਵਿੱਚ ਉਹ ਸਾਰੀ ਅਕਾਲ ਪੁਰਖ ਵਾਹਿਗੁਰੂ ਦੇ ਤਾਈ ਵਿਸਾਰਿਆ ਹੋਇਆ ਹੈ। ਤੇ ਇਸ ਪ੍ਰਕਾਰ ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਐਸੀ ਸਾਡੀ ਹਾਲਤ ਬਣੀ ਹੋਈ ਹੈ। ਸਾਰੀ ਦੁਨੀਆ ਦੀਆਂ ਪਦਾਰਥਾਂ ਦੇ ਤਾਈ ਵਸਤਾਂ ਦੇ ਤਾਈ ਦੀ ਆਪਣਾ ਕਹਿੰਦੇ ਆ, ਪਰ ਜਿਹੜਾ ਸਾਡਾ ਆਪਣਾ ਹੈ, ਜਿਹਨੇ ਆਪਣਾ ਬਣ ਕੇ ਸਾਡੀ ਸਹਾਇਤਾ ਕਰਨੀ ਹੈ, ਉਹ ਪਰਮੇਸ਼ਰ ਦੇ ਤਾਈ ਅਸੀਂ ਪਰਾਇਆ ਸਮਝਿਆ ਹੋਇਆ ਹੈ। ਤਾਂ ਗਰੀਬ ਨਵਾਜ ਤੇ ਸਾਨੂੰ ਕਹਿੰਦੇ ਨੇ ਦੁਬਿਧਾ ਵਿੱਚ ਨਹੀਂ ਪੈਣਾ ਚਾਹੀਦਾ।
ਦੁਬਦਾ ਨਾ ਪੜਾਓ, ਹਰ ਬਿਨ ਹੋਰ ਨਾ ਪੂਜਾਓ, ਮੜੈ ਮਸਾਣ ਨਾ ਜਾਈ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸੋਰਠ ਰਾਗ ਦੇ ਵਿੱਚ ਬਚਨ ਆਉਂਦੇ ਨੇ ਕਿ ਹੇ ਗੁਰਸਿੱਖੋ, ਮੈਂ ਤੁਹਾਨੂੰ ਬਚਨ ਕਰਦਾ ਕਿ ਦੁਬਦਾ ਦੇ ਵਿੱਚ ਨਹੀਂ ਪੈਣਾ। ਹਰੀ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਨਹੀਂ ਪੂਜਣਾ ਕਿਸੇ ਹੋਰ ਦੇ ਤਾਈ, ਔਰ ਮੜਿਆਂ ਮਸਾਣੀਆਂ ਤੇ ਜਾ ਕੇ ਤੁਸੀਂ ਸੀਸ ਨਹੀਂ ਝੁਕਾਉਣਾ। ਜੇ ਤੁਹਾਡਾ ਸੀਸ ਝੁਕੇ ਤੇ ਕੇਵਲ ਸ਼ਬਦ ਦੇ ਅੱਗੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਗੁਰੂ ਕਾ ਸਿੱਖ ਝੁਕਣਾ ਚਾਹੀਦਾ ਹੈ। ਤਾਂ ਐਸਾ ਗਰੀਬ ਨਵਾਜ ਨੇ ਜੇ ਪਹਿਲੇ ਸਰੂਪ ਦੇ ਵਿੱਚ ਬਚਨ ਕੀਤੇ ਨੇ, ਤੇ 10ਵੇਂ ਸਰੂਪ ਦੇ ਵਿੱਚ ਵੀ ਗਰੀਬ ਨਵਾਜ ਨੇ ਇਹੋ ਹੀ ਬਚਨ ਸਾਨੂੰ ਦੁਹਰਾਏ ਨੇ। ਔਰ ਸਾਨੂੰ ਇਸ ਗੱਲ ਦਾ ਸਬੂਤ ਮਿਲਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਹੀ ਨਿਰੰਜਨੀ ਜੋਤ ਸਨ, ਜਿਨ੍ਹਾਂ ਨੇ ਸਾਡੇ ਭਲੇ ਵਾਸਤੇ ਆਪਣਾ ਪਰਿਵਾਰ, ਆਪਣੇ ਸੁੱਖਾਂ ਆਨੰਦਾਂ ਨੂੰ ਲੇਖੇ ਦੇ ਵਿੱਚ ਲਾ ਦਿੱਤਾ ਹੈ। ਤੇ ਇਸ ਪ੍ਰਕਾਰ ਗਰੀਬ ਨਵਾਜ ਜੀ ਦੇ ਬਚਨ 10ਵੇਂ ਗ੍ਰੰਥ ਸਾਹਿਬ ਦੇ ਵਿੱਚ 33 ਸਵਈਆਂ ਦੇ ਵਿੱਚ ਪੜ੍ਹਨ ਦੇ ਵਿੱਚ ਮਿਲਦੇ ਨੇ। ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਅਨੇਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ, ਮੜੀ ਮਟ ਭੂਲ ਨਾ ਮਾਨੈ। ਤੋ ਗਰੀਬ ਨਵਾਜ ਕਹਿੰਦੇ ਜਗਦੀ ਜੋਤ ਦੇ ਤਾਈ ਮੰਨਣਾ ਹੈ। ਔਰ ਪਹਿਲੇ ਸਰੂਪ ਦੇ ਵਿੱਚ ਕਹਿੰਦੇ ਹਰ ਬਿਨ ਹੋਰ ਨਾ ਪੂਜਾਓ। ਤੇ ਜੇ ਜਗਦੀ ਜੋਤ ਹੈ, ਸਭ ਦੁਨੀਆ ਦੀਆਂ ਜੋਤਾਂ ਬੁੱਝ ਜਾਂਦੀਆਂ ਹੈ। ਔਰ ਜੇ ਜਗਦੀ ਜੋਤ ਰਹਿੰਦੀ ਹੈ ਤੇ ਇੱਕ ਅਕਾਲ ਪੁਰਖ ਦੀ ਰਹਿੰਦੀ ਹੈ। ਤੇ ਜੇ ਜਗਦੀ ਜੋਤ ਦੇ ਨਾਲ ਗਰੀਬ ਨਵਾਜ ਜੀ ਜੁੜਨ ਦੀ ਗੱਲ ਕਰ ਰਹੇ ਨੇ, ਤੇ ਉਹ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੀ ਜੁੜਨ ਦੀ ਗੱਲ ਹੈ। ਸਭ ਸਾਧ ਸੰਗਤ ਜੋਤੀਆਂ ਨੂੰ ਪਿੱਛੋਂ ਪ੍ਰਕਾਸ਼ ਮਿਲਦਾ ਹੈ। ਖੱਡ ਜੋਤੀਆਂ ਨੇ ਜਿਨ੍ਹਾਂ ਦੇ ਵਿੱਚ ਸੂਰਜ, ਚੰਦਰਮਾ, ਤਾਰੇ, ਔਰ ਇਸੇ ਪ੍ਰਕਾਰ ਸਾਡੀ ਬੁੱਧੀ, ਬਿਜਲੀ, ਦੀਪਕ ਸਾਰੇ ਆ ਜਾਂਦੇ ਨੇ। ਇਹਨਾਂ ਸਾਰਿਆਂ ਨੂੰ ਪਿੱਛੋਂ ਪ੍ਰਕਾਸ਼ ਹੁੰਦਾ ਹੈ। ਤਾਂ ਜੇ ਪਿੱਛੋਂ ਪ੍ਰਕਾਸ਼ ਨਾ ਮਿਲੇ ਤੇ ਇਹਨਾਂ ਦੇ ਅੰਦਰ ਹਨੇਰਾ ਹੈ। ਆਪਾਂ ਇਸ ਬਿਲਡਿੰਗ ਦੇ ਵਿੱਚ ਬਲਬ ਲਾਏ ਹੋਏ ਨੇ, ਇਕੱਲਾ ਬਲਬ ਲਾਇਆ ਹੋਇਆ ਰੌਸ਼ਨੀ ਨਹੀਂ ਦੇਵੇਗਾ ਜਿੰਨਾ ਚਿਰ ਪਿੱਛੋਂ ਕਰੰਟ ਨਾ ਮਿਲੇਗਾ। ਇਸੇ ਪ੍ਰਕਾਰ ਸੂਰਜ, ਚੰਦਰਮਾ, ਤਾਰੇ, ਇਹਨਾਂ ਨੂੰ ਪਿੱਛੋਂ ਪ੍ਰਕਾਸ਼ ਮਿਲ ਰਿਹਾ। ਬੁੱਧੀ ਨੂੰ ਪ੍ਰਕਾਸ਼ ਕਰਨ ਵਾਲਾ ਵੀ ਇੱਕ ਵਾਹਿਗੁਰੂ ਹੈ, ਔਰ ਐਸਾ ਸਭ ਪ੍ਰਕਾਸ਼ ਦੇਣ ਵਾਲਾ ਹੈ। ਔਰ ਆਪਣੇ ਸਾਰੇ ਪ੍ਰਕਾਸ਼ ਨੂੰ ਨਾਸ਼ ਕਰਨ ਵਾਲਾ, ਸਾਰਾ ਪ੍ਰਕਾਸ਼ ਨਾਸ਼ ਹੋਣ ਵਾਲਾ ਹੈ। ਸਭ ਜੋਤਾਂ ਬੁੱਝ ਜਾਣ ਵਾਲੀਆਂ ਨੇ। ਤੇ ਜੇ ਸਭ ਤੋਂ ਵੱਧ ਜੋਤ ਜਗਣ ਵਾਲੀ ਹੈ, ਆਪਣੇ ਆਪ ਤੋਂ ਪ੍ਰਕਾਸ਼ ਹੈ, ਤੇ ਉਹ ਅਕਾਲ ਪੁਰਖ ਹੈ। ਸਹਿਭੰ, ਇਹ ਅਕਾਲ ਪੁਰਖ ਦਾ ਨਾਮ ਹੈ ਕਿ ਉਹ ਆਪਣੇ ਆਪ ਤੋਂ ਪ੍ਰਕਾਸ਼ ਹੈ। ਔਰ ਉਸੇ ਹੀ ਜਗਦੀ ਜੋਤ ਦੇ ਨਾਲ ਗਰੀਬ ਨਵਾਜ ਪਾਤਸ਼ਾਹ ਨੇ ਸਾਨੂੰ ਜੁੜਨ ਦਾ ਉਪਦੇਸ਼ ਬਖਸ਼ਿਆ ਕਿ ਜਾਗਤ ਜੋਤ ਜਪੈ ਨਿਸਬਾਸੁਰ, ਕਿ ਹੇ ਗੁਰੂ ਕੇ ਸਿੱਖ ਜਗਦੀ ਜੋਤ ਅਕਾਲ ਪੁਰਖ ਦੇ ਤਾਈਂ ਜਪਣਾ। ਤੇ ਇਹ ਨਹੀਂ ਕਿ 2 ਘੜੀਆਂ ਜਾਂ 4 ਘੜੀਆਂ ਜਾਂ ਸੁਬਾਹ ਜਾਂ ਸਵੇਰੇ ਜਪ ਲਿਆ। ਗਰੀਬ ਨਵਾਜ ਕਹਿੰਦੇ ਨਿਸਬਾਸੁਰ ਦਿਨ ਰਾਤ ਉਸ ਜੋਤ ਦੇ ਤਾਈਂ ਜਪਣਾ ਕਰ। ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਅਨੇਕ ਨ ਆਨੈ। ਇੱਕ ਪਰਮੇਸ਼ਰ ਤੋਂ ਬਿਨਾ ਕੋਈ ਤੇਰੇ ਮਨ ਦੇ ਵਿੱਚ ਆਉਣਾ ਨਹੀਂ ਚਾਹੀਦਾ। ਇੱਕ ਪਰਮੇਸ਼ਰ ਦੇ ਨਾਲ ਹੀ ਤੇਰੇ ਉਹਦਾ ਹੀ ਪ੍ਰੇਮ ਤੇਰੇ ਮਨ ਦੇ ਵਿੱਚ ਹੋਵੇ। ਪੂਰਨ ਪ੍ਰੇਮ ਪ੍ਰਤੀਤ ਸਜਾਏ। ਪੂਰਨ ਪ੍ਰਤੀਤ ਨਾਮ ਹੁੰਦਾ ਭਰੋਸੇ ਦਾ। ਜਿੱਥੇ ਤੇਰੀ ਸਤਿਗੁਰਾਂ ਦੇ ਨਾਲ ਪ੍ਰੀਤ ਹੋਵੇ, ਉੱਥੇ ਸਤਿਗੁਰਾਂ ਤੇ ਤੈਨੂੰ ਭਰੋਸਾ ਵੀ ਹੋਣਾ ਚਾਹੀਦਾ ਹੈ। ਤੋ ਇਸੇ ਪ੍ਰਕਾਰ ਬ੍ਰਤ ਗੋਰ, ਮੜੀ ਮਟ ਭੂਲ ਨਾ ਮਾਨੈ। ਗਰੀਬ ਨਵਾਜ ਕਹਿੰਦੇ ਮੇਰੇ ਸਿੱਖ, ਮੇਰਾ ਜੋ ਸਿੱਖ ਹੋਵੇਗਾ, ਨਾ ਵਰਤ ਰੱਖਣ ਦੇ ਵਿੱਚ ਵਿਸ਼ਵਾਸ ਰੱਖੇ ਨਾਗਾ, ਔਰ ਨਾ ਹੀ ਮੜੀਆਂ ਵਸਾਣਾ ਦੇ ਤਾਈਂ ਪੂਜੇਗਾ। और ऐसा मेरा सिख केवल पूजा अकाल की, परचा शब्द का, दीदार खालसे का। ऐसा मेरा सिख पूजा अकाल पुरख दी करेगा, सहारा नाम दा लेगा, और मेरे जे दर्शन करने ने ते खालसे दे विचों दर्शन करेगा। ऐसा गरीब नवाज ने सानू उपदेश बख्शिया है। पर जिवें ज्ञानी जी गल कर रहे सन रागी सिंह साहब की दुविधा साडे अंदर पई हुई है, असीं वंडियां पाईयां होईयां। साध संगत जी खालसा सतगुरु गरीब नवाज सानू केवल खालसा बना के गए ने, पर आपां जथेबंदियां दे विच वंड दिता है। कोई साध संगत जी टकसाल बन गई, कोई नानक सरी मर्यादा है, कोई साध संगत जी खंड कीर्तनी जथ है। तो इस प्रकार सारियां संप्रदावां जथेबंदियां बन गईयां। पर साध संगत जी चलो जथेबंदियां बन गईयां, ये संप्रदावां टकसालां चलियां ते गरीब नवाज पातशाह जी के आग्या अनुसार सिखां नूं सूझ देण वास्ते चलियां। पर जे गुरु का सिख इन्हां संप्रदावां, इन्हां टकसालां, इन्हां जथेबंदियां दे होंदियां होइयां भी दुविधा दे विच पिया होया है,
ਫਿਰ ਸਾਧ ਸੰਗਤ ਜੀ ਗੁਰਸਿੱਖ ਦਾ ਕਿਤੇ ਟਿਕਾਣਾ ਨਹੀਂ, ਕਿਤੇ ਲੋਕ ਪਰਲੋਕ ਦੇ ਵਿੱਚ ਸਿੱਖ ਨੂੰ ਢੋਈ ਨਹੀਂ ਮਿਲ ਸਕਦੀ। ਇਸ ਕਰਕੇ ਸਾਡੇ ਅੰਦਰ ਜਿਹੜੀ ਦੁਚਿੱਤੀ ਹੈ, ਦੁਬਦਾ ਪਈ ਹੋਈ ਹੈ ਸਾਧ ਸੰਗਤ ਜੀ, ਖਾਲਸੇ ਨੇ ਇਕਮੁੱਠ ਹੋਣਾ ਸੀ, ਪਰ ਅੱਜ ਅਸੀਂ ਆਪਣੀ ਆਪ ਹੀ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ ਹੈ। ਮਾਫ ਕਰਨਾ ਸਾਧ ਸੰਗਤ ਜੀ, ਅਸੀਂ ਸਾਰੀ ਸੰਪਰਦਾਵਾਂ ਦਾ ਸਤਿਕਾਰ ਕਰਦੇ ਹਾਂ ਔਰ ਸਤਿਗੁਰੂ ਗਰੀਬ ਨਵਾਜ ਜੀ ਕਿਰਪਾ ਕਰਕੇ ਕਰਾਉਂਦੇ ਰਹਿਣ, ਪਰ ਆਮ ਕਰਕੇ ਸਾਧ ਸੰਗਤ ਜੀ ਇਹ ਹਾਲਤ ਬਣੀ ਹੋਈ ਹੈ, ਇੱਕ ਦੂਜੇ ਨੂੰ ਮਾੜਾ ਕਹਿਣ ਦੇ ਵਿੱਚ ਲੱਗੇ ਹੋਏ ਆ। ਪਰ ਸਾਧ ਸੰਗਤ ਜੀ ਜਿੱਥੇ ਜੇ ਮਾੜੇ ਦੀ ਗੱਲ ਆ ਜਾਵੇ ਤੇ ਹਰੇਕ ਸੰਪਰਦਾ ਦੇ ਵਿੱਚ ਮਾੜਾ ਬੰਦਾ ਹੈ, ਤੇ ਜੇ ਚੰਗੇ ਦੀ ਗੱਲ ਆ ਜਾਏ ਤੇ ਸੰਪਰਦਾਵਾਂ ਜਥੇਬੰਦੀਆਂ ਚੱਲੀਆਂ ਹੀ ਚੰਗਿਆਂ ਦੇ ਨਾਲ ਨੇ। ਤਾਂ ਇਸ ਕਰਕੇ ਆਪਾਂ ਮਾੜਿਆਂ ਦਾ ਖਿਆਲ ਛੱਡਦਿਆਂ ਹੋਇਆਂ ਚੰਗੇ ਜਿਹੜੇ ਸੂਝਵਾਨ ਵਿਦਵਾਨ ਮਹਾਂਪੁਰਖ ਹੋਏ ਨੇ ਉਹਨਾਂ ਦੇ ਜੀਵਨ ਤੋਂ ਸੇਧ ਲੈਂਦਿਆਂ ਹੋਇਆਂ ਇਕਮੁੱਠ ਹੋਈਏ। ਸਾਧ ਸੰਗਤ ਜੀ ਸਤਿਗੁਰ ਗਰੀਬ ਨਵਾਜ ਇਹਨਾਂ ਸੰਪਰਦਾਵਾਂ ਦੇ ਤਾਈਂ ਚਲਾਉਣ ਵਾਲੇ ਨੇ, ਪਰ ਜਦੋਂ ਸਾਧ ਸੰਗਤ ਜੀ ਸਤਿਗੁਰ ਜੀ ਵੇਖਦੇ ਨੇ ਕਿ ਮੇਰਾ ਗੁਰਸਿੱਖ ਇਹਨਾਂ ਸੰਪਰਦਾਵਾਂ ਇਹਨਾਂ ਟਕਸਾਲਾਂ ਦੇ ਵਿੱਚੋਂ ਵੀ ਸੰਥਿਆ ਨਹੀਂ ਲੈ ਰਿਹਾ, ਗਿਆਨ ਨਹੀਂ ਲੈ ਰਿਹਾ, ਸੂਝ ਨਹੀਂ ਲੈ ਰਿਹਾ, ਉਸ ਵੇਲੇ ਗਰੀਬ ਨਵਾਜ ਜੀ ਦਾ ਮਨ ਬੜਾ ਭਾਰੀ ਦੁਖੀ ਹੁੰਦਾ ਹੈ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਬ੍ਰਹਮ ਗਿਆਨੀ ਮਹਾਂਪੁਰਖ, ਉਹਨਾਂ ਦਾ ਇੱਕ ਕਵਿਤ ਪੜ੍ਹਨ ਦੇ ਵਿੱਚ ਆਉਂਦਾ ਹੈ, ਉਹ ਬੜੀਆਂ ਉਦਾਹਰਨਾਂ ਦੇ ਕੇ ਸਮਝਾਉਂਦੇ ਨੇ, ਗੁਰਸਿੱਖਾ ਤੇ ਇਸ ਪ੍ਰਕਾਰ ਮੈਂ ਤੈਨੂੰ ਸਮਝਾਉਣਾ, ਵੇਖ ਜਿਸ ਤਰ੍ਹਾਂ ਦੇ ਨਾਲ ਭਾਈ ਗੁਰਦਾਸ ਜੀ ਦਾ ਬਚਨ, ਜੈਸੇ ਕਾਛੀ ਫਲ ਹੇਤ ਬਿਬਦ ਬਿਰਖ ਰੋਪੈ, ਨਿਰਭੈ ਨਿਫਲ ਰਹਿ ਬਿਰਖੈ ਨਾ ਕਾਹੂ ਕਾਜ ਹੈ, ਸੰਤਤ ਬਿਹੋਨ ਨਿਪ ਅਨਕ ਵਿਵਾਹ ਕਰੈ, ਸੰਤਤ ਬਿਹੋਨ ਗਨ ਬਣਦਾ ਨਾ ਗ੍ਰਹਿ ਛਾਜ ਹੈ, ਵਿਦਿਆ ਦਾਨ ਜਾਨ ਜੈਸੇ ਪਾਂਧਾ ਚਟਸਾਰ ਜੋੜੈ, ਵਿਦਿਆਹੀਨ ਦੀਨ ਖਲ ਨਾਮ ਉਪਰਾਜ ਹੈ, ਸਤਿਗੁਰ ਸਿੱਖ ਸਾਖਾ ਸੰਗ੍ਰਹਿ ਸੋ ਗਿਆਨ ਨਿਮਿਤ, ਬਿਨ ਗੁਰ ਗਿਆਨ ਤ੍ਰਿਗ ਜਨਮ ਕੋ ਲਾਜ ਹੈ। ਭਾਈ ਗੁਰਦਾਸ ਸਾਹਿਬ ਜੀ ਸਮਝਾਉਂਦੇ, ਕਹਿੰਦੇ ਵੇਖੋ ਇੱਕ ਕਾਛੀ ਇੱਕ ਮਾਲੀ ਹੈ, ਉਹਦੇ ਮਨ ਦੇ ਵਿੱਚ ਖਿਆਲ ਆਇਆ ਕਿ ਮੈਂ ਬਾਗ ਲਾਵਾਂ, ਬਾਗ ਦੇ ਵਿੱਚੋਂ ਫਲ ਪ੍ਰਾਪਤ ਹੋਣਗੇ ਔਰ ਉਹਨਾਂ ਫਲਾਂ ਦੇ ਤਾਂ ਹੀ ਲੋਕ ਛਕਣਗੇ, ਮੈਨੂੰ ਲਾਭ ਵੀ ਪ੍ਰਾਪਤ ਹੋਵੇਗਾ ਔਰ ਮੇਰਾ ਜਸ ਵੀ ਹੋਵੇਗਾ ਕਿ ਬੜੇ ਮਿੱਠੇ ਫਲ ਪੈਦਾ ਕੀਤੇ ਨੇ। ਕਹਿੰਦੇ ਜੈਸੇ ਕਾਛੀ ਫਲ ਹੇਤ ਬਿਬਦ ਬਿਰਖ ਰੋਪੈ, ਬੜੇ ਬਿਰਖ ਲਾਉਂਦਾ। ਹੁਣ ਸਾਧ ਸੰਗਤ ਜੀ ਇੱਕ ਮਾਲੀ ਨੇ ਬਾਗ ਲਾ ਵੀ ਦਿੱਤਾ, ਨਿੱਕੇ ਨਿੱਕੇ ਬੂਟਿਆਂ ਦੀ ਪਾਲਣਾ ਕਰਦਾ ਰਿਹਾ, ਗੋਡੀਆਂ ਕਰਦਾ ਰਿਹਾ, ਪਾਣੀ ਲਾਉਂਦਾ ਰਿਹਾ, ਜੋ ਦਵਾਈਆਂ ਸੀ ਸਪਰੇਆਂ ਵਗੈਰਾ ਕਰਦਾ ਰਿਹਾ, ਪਰ ਕਹਿੰਦੀ ਬਾਗ ਵੱਡਾ ਹੋ ਗਿਆ ਹੈ, ਦਰਖਤ ਬਹੁਤ ਵੱਡੇ ਵੱਡੇ ਬਣ ਗਏ ਨੇ, ਪਰ ਮਾਲੀ ਵੇਖਦਾ ਕਿ ਉਹਨਾਂ ਨੂੰ ਫਲ ਹੀ ਕੋਈ ਨਹੀਂ ਲੱਗਾ, ਨਾ ਬੂਰ ਪਿਆ ਨਾ ਫਲ ਲੱਗਿਆ, ਪੱਤੇ ਦੇ ਟਾਹਣੇ ਹੀ ਖੜੇ ਰਹਿ ਗਏ। ਜਦੋਂ ਸਾਧ ਸੰਗਤ ਜੀ ਮਾਲੀ ਵੇਖਦਾ ਨਿਫਲ ਰਹਿ ਬਿਰਖੈ ਨਾ ਕਾਹੂ ਕਾਜ ਹੈ, ਪਰ ਕਹਿੰਦੇ ਉਹ ਜਿਹੜੇ ਬਿਰਖਾਂ ਨੂੰ ਜਦੋਂ ਕੋਈ ਫਲ ਨਹੀਂ ਲੱਗਦਾ ਉਹ ਕਿਸੇ ਕੰਮ ਦੇ ਨਹੀਂ। ਔਰ ਸਾਧ ਸੰਗਤ ਜੀ ਉਸ ਮਾਲੀ ਦਾ ਪੁੱਛਿਆ ਹੋਇਆ ਦਿਲ ਜਾਣਦਾ ਹੈ, ਉਸ ਮਾਲੀ ਕੋਲੋਂ ਪੁੱਛੀਏ ਕਿੰਨਾ ਕੁ ਦੁੱਖ ਪ੍ਰਾਪਤ ਹੋਇਆ, ਦੱਸ ਨਹੀਂ ਸਕਦਾ ਕਿ ਇੰਨੀਆਂ ਮਿਹਨਤਾਂ ਕੀਤੀਆਂ, ਇੰਨੀਆਂ ਗੋਡੀਆਂ ਕੀਤੀਆਂ, ਇੰਨੇ ਪਾਣੀ ਲਾਏ ਔਰ ਫੇਰ ਵੀ ਜਿਹੜਾ ਹੈ ਮੈਨੂੰ ਫਲ ਪ੍ਰਾਪਤ ਨਹੀਂ ਹੋਇਆ। ਇਹ ਮਾਲੀ ਦਾ ਦਿਲ ਪੁੱਛਿਆ ਹੀ ਜਾਣਦਾ, ਬੇਅੰਤ ਦੁੱਖ ਦੀ ਪ੍ਰਾਪਤੀ ਹੋਈ। ਔਰ ਇਸੇ ਪ੍ਰਕਾਰ ਕਹਿੰਦੇ ਸੰਤਤ ਬਿਹੋਨ ਨਿਰਪ ਅਨਕ ਵਿਵਾਹ ਕਰੈ, ਕਹਿੰਦੇ ਪੁਰਾਣੇ ਸਮਿਆਂ ਦੇ ਵਿੱਚ ਸਾਧ ਸੰਗਤ ਜੀ ਗੁਰਮਤਿ ਦੇ ਅਨੁਸਾਰ ਦੇ ਅਸੂਲ ਨਹੀਂ, ਪਰ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਰਾਜੇ ਦੇ ਕਿਤੇ ਸੰਤਾਨ ਨਹੀਂ ਸੀ ਹੁੰਦੀ, ਰਾਜੇ ਦੇ ਪੁੱਤਰ ਨਹੀਂ ਸੀ ਹੁੰਦਾ, ਉਸ ਵੇਲੇ ਸਾਧ ਸੰਗਤ ਜੀ ਬੜੇ ਵਿਆਹ ਕੀਤੇ ਜਾਂਦੇ, ਬੜੀਆਂ ਰਾਣੀਆਂ ਵਾਰ ਵਾਰ ਕੇ ਲੈ ਕੇ ਆਉਂਦਾ। ਕਹਿੰਦੇ ਇੱਕ ਰਾਜਾ ਹੈ, ਉਹਦੇ ਪੁੱਤਰ ਨਹੀਂ ਹੋ ਰਿਹਾ ਔਰ ਇਸੇ ਪ੍ਰਕਾਰ ਬੇਅੰਤ ਵਿਆਹ ਵੀ ਕਰਦਾ ਹੈ ਔਰ ਪੁੱਤਰ ਦੀ ਫੇਰ ਪ੍ਰਾਪਤੀ ਨਹੀਂ ਹੁੰਦੀ। ਸੰਤਤ ਬਿਹੋਨ ਬਣਤਾ ਨਾ ਗ੍ਰਹਿ ਛਾਜ ਹੈ, ਕਹਿੰਦੇ ਰਾਜੇ ਦਾ ਮਨ ਵੀ ਪੁੱਛਿਆ ਉਸ ਵੇਲੇ ਜਾਣਦਾ ਹੈ ਕਿ ਰਾਜੇ ਨੇ ਅਨੇਕਾਂ ਵਿਆਹ ਵੀ ਕੀਤੇ, ਰਾਣੀਆਂ ਲੈ ਕੇ ਵੀ ਆਇਆ, ਪੁੱਤਰ ਫੇਰ ਪ੍ਰਾਪਤ ਨਾ ਹੋਇਆ ਤੇ ਰਾਜੇ ਦਾ ਦਿਲ ਹੀ ਪੁੱਛਿਆ ਜਾਣਦਾ ਹੈ। ਔਰ ਸੰਤਤ ਬਿਹੋਨ ਬਣਤਾ ਨਾ ਗ੍ਰਹਿ ਛਾਜ ਹੈ। ਭਾਈ ਗੁਰਦਾਸ ਜੀ ਕਹਿੰਦੇ ਬਣਤਾ ਜਿਹੜੀ ਇਸਤਰੀ ਹੁੰਦੀ ਹੈ, ਜੇ ਕਿਤੇ ਉਹਦੇ ਘਰੇ ਪੁੱਤਰ ਪੈਦਾ ਨਾ ਹੋਵੇ ਤੇ ਉਹ ਸੋਹਣੀ ਨਹੀਂ ਲੱਗਦੀ। ਇਸੇ ਪ੍ਰਕਾਰ ਸਾਧ ਸੰਗਤ ਜੀ ਅਜੇ ਵੀ ਸਾਨੂੰ ਅਗਿਆਨਤਾ ਨੇ ਘੇਰਿਆ ਹੋਇਆ ਹੈ। ਬਹੁਤ ਮੌਤਾਂ ਐਸੀਆਂ ਹੁੰਦੀਆਂ, ਐਸੀਆਂ ਉਹਨਾਂ ਨੂਹਾਂ ਦੀ ਬਲੀ ਚੜ੍ਹਦੀ ਹੈ ਜਿਹੜੀਆਂ ਦੇ ਸਾਧ ਸੰਗਤ ਜੀ ਪੁੱਤਰ ਨਹੀਂ ਹੁੰਦੇ। ਕਈ ਸੱਸਾਂ ਸਾਧ ਸੰਗਤ ਜੀ ਸਹੁਰਾ ਘਰ ਐਸਾ ਲੋਭੀ, ਇਸੇ ਪ੍ਰਕਾਰ ਪੁੱਤਰ ਦੇ ਲਾਲਚ ਦੇ ਵਿੱਚ ਆ ਕੇ
ਆਪਣੇ ਲੜਕੇ ਦਾ ਦੂਜਾ ਵਿਆਹ ਕਰਨ ਦੇ ਬਾਬਤ ਆਪਣੀ ਨੂੰਹ ਦਾ ਹੀ ਗਲ ਘੋਟ ਦਿੰਦੇ ਨੇ। ਐਸੀਆਂ ਗੱਲਾਂ ਸਾਧ ਸੰਗਤ ਜੀ ਹੁੰਦੀਆਂ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸੰਤਤ ਬਿਹੋਨ ਬਨਤਾ ਨਾ ਗ੍ਰਹਿ ਛਾਜ ਹੈ। ਜਿਹੜੀ ਇਸਤਰੀ ਦੇ ਘਰੇ ਪੁੱਤਰ ਪੈਦਾ ਨਾ ਹੋਵੇ, ਕਈ ਵਾਰੀ ਐਸਾ ਸਹੁਰੇ ਘਰ ਦੇ ਵਿੱਚ ਸੋਹਣੀ ਨਹੀਂ ਲੱਗਦੀ। ਤੇ ਕਈ ਵਾਰੀ ਸਾਧ ਸੰਗਤ ਜੀ ਸਾਡਾ ਮੰਦਬੁੱਧੀ ਸੰਸਾਰ ਇਹ ਵੀ ਉਸ ਇਸਤਰੀ ਦੇ ਤਾਈਂ ਬੜਾ ਦੁਰਕਾਰਦਾ ਹੈ। ਉਹਦੇ ਤਾਈਂ ਬਾਂਝ ਕਹਿ ਕੇ ਐਸੇ ਕੋਝੇ ਸ਼ਬਦ ਵਰਤੇ ਜਾਂਦੇ ਨੇ, ਹਾਲਾਂਕਿ ਉਸ ਵਿਚਾਰੀ ਦਾ ਕੋਈ ਕਸੂਰ ਨਹੀਂ। ਦੱਦਾ ਦੋਸ ਨਾ ਦੇਉ ਕਿਸੈ, ਦੋਸ ਕਰਮਾਂ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਤਾਂ ਉਹਦਾ ਕੋਈ ਦੋਸ਼ ਨਹੀਂ ਹੋ ਸਕਦਾ ਕਿ ਉਹਦੇ ਪਤੀ ਦੇ ਕਰਮਾਂ ਦੇ ਵਿੱਚ ਪੁੱਤਰ ਨਾ ਹੋਵੇ, ਪਰ ਦੋਸ਼ ਸਾਧ ਸੰਗਤ ਜੀ ਉਸ ਵਿਚਾਰੀ ਇਸਤਰੀ ਦੇ ਤਾਈਂ ਦਿੱਤਾ ਜਾਂਦਾ ਹੈ। ਜਿਵੇਂ ਰਾਗੀ ਸਿੰਘ ਸਾਹਿਬ ਜੀ ਕਹਿ ਰਹੇ ਸਨ ਕਿ ਇਸ ਪ੍ਰਕਾਰ ਜੇ ਕੋਈ ਲੜਕੀ ਪੈਦਾ ਹੋ ਜਾਵੇ ਤੇ ਲੋਕਾਂ ਦੇ ਸਿਰ ਹੀ ਨੀਵੇਂ ਹੋ ਜਾਂਦੇ ਨੇ, ਕਿਉਂ ਲੜਕੀ ਜੰਮੀ। ਪਰ ਗਰੀਬ ਨਵਾਜ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਵਚਨ ਕਰਦੇ ਨੇ, ਸੋ ਕਿਉ ਮੰਦਾ ਆਖੀਆ ਹੈ ਜਿਤ ਜੰਮਹਿ ਰਾਜਾਨ। ਐਸੀ ਇਸਤਰੀ ਦੇ ਤਾਈਂ ਕਿਉਂ ਮੰਦਾ ਕਹਿ ਦਈਏ, ਕਿਉਂ ਮਾੜਾ ਕਹਿ ਦਈਏ, ਜਿਨ੍ਹਾਂ ਦੇ ਤਾਈਂ ਜਿਸ ਨੇ ਬੜੇ ਬੜੇ ਰਾਜਿਆਂ ਮਹਾਰਾਜਿਆਂ ਨੂੰ ਜਨਮ ਦਿੱਤਾ ਹੈ। ਗੁਰੂ ਨਾਨਕ ਸਾਹਿਬ ਦੀ ਪੰਡਤਾਂ ਦੇ ਨਾਲ ਜਦੋਂ ਵਿਚਾਰ ਗੋਸ਼ਟੀ ਹੋਈ ਤੇ ਗਰੀਬ ਨਵਾਜ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਭਾਈ ਸਤਿਗੁਰੂ ਜੀ ਕਹਿੰਦੇ ਤੁਹਾਡਾ ਕੀ ਸਿਧਾਂਤ ਹੈ। ਕਹਿੰਦੀ ਸਾਡੇ ਮਤ ਦੇ ਵਿੱਚ ਬ੍ਰਾਹਮਣ ਵਿਦਿਆ ਪੜ੍ਹ ਸਕਦਾ ਹੈ, ਖੱਤਰੀ ਵਿਦਿਆ ਸੁਣ ਸਕਦਾ ਹੈ, ਸ਼ੂਦਰ ਨੂੰ ਪੜ੍ਹਨ ਦਾ ਕੋਈ ਅਧਿਕਾਰ ਨਹੀਂ, ਵੈਸ਼ ਨੂੰ ਸੁਣਨ ਦਾ ਕੋਈ ਅਧਿਕਾਰ ਨਹੀਂ। ਸਾਧ ਸੰਗਤ ਜੀ ਜਿਵੇਂ ਆਪਾਂ ਹੁਣ ਗੁਰੂ ਕੀ ਸੰਗਤ ਰੂਪ ਹੋ ਕਰਕੇ ਸਾਰੇ ਬੈਠੇ ਆ, ਹਿੰਦੂ ਮਤ ਦੇ ਅਨੁਸਾਰ ਕਦੇ ਵੀ ਐਸਾ ਨਹੀਂ ਸੀ। ਪੰਡਤ ਕਥਾ ਕਰ ਸਕਦਾ ਸੀ, ਖੱਤਰੀ ਕਥਾ ਸੁਣ ਸਕਦਾ ਸੀ, ਤੇ ਇਸੇ ਪ੍ਰਕਾਰ ਜਿੱਥੇ ਦਰਵਾਜ਼ੇ ਦੀ ਦਲੀਲ ਉਥੇ ਸੂਦਰਾਂ ਦੇ ਥਾਈਂ ਥਾਂ ਔਰ ਜੋੜਿਆਂ ਦੇ ਵਿੱਚ ਵੈਸਾਂ ਨੂੰ ਬਿਠਾਇਆ ਜਾਂਦਾ ਸੀ। ਪਰ ਗਰੀਬ ਨਵਾਜ ਕਹਿੰਦੇ, ਹੇ ਪੰਡਤ ਲੋਕੋ, ਐਸੀਆਂ ਜਿਹੜੀਆਂ ਤੁਸੀਂ ਵੰਡੀਆਂ ਪਾਈਆਂ ਹੋਈਆਂ ਵਿਤਕਰੇ ਰੱਖੇ ਹੋਏ ਨੇ, ਮੈਂ ਸਾਰੇ ਦੂਰ ਕਰ ਦਿਆਂਗਾ। ਗਰੀਬ ਨਵਾਜ ਕਹਿੰਦੇ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕੋ ਸਾਂਝਾ। ਖੱਤਰੀ ਬ੍ਰਾਹਮਣ ਸੂਦ ਵੈਸ ਉਧਰੈ ਸਿਮਰ ਚੰਡਾਲ। ਤਾਂ ਗਰੀਬ ਨਵਾਜ ਕਹਿੰਦੇ, ਅਸੀਂ ਤੇ ਕਹਿੰਦੇ ਨੀਵੀਂ ਤੋਂ ਨੀਵੀਂ ਜਾਤ ਵਾਲੇ ਇਸ ਦੁਰਗੀ ਬਾਣੀ ਦਾ ਲਾਭ ਲੈਂਦਿਆਂ ਹੋਇਆਂ ਪਰਮੇਸ਼ਰ ਦੇ ਨਾਲ ਭੇਦ ਹੋਣ, ਐਸਾ ਗਰੀਬ ਨਵਾਜ ਨੇ ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਪਰ ਸਾਧ ਸੰਗਤ ਜੀ ਦੁੱਖ ਦੇ ਨਾਲ ਕਿਹਾ ਜਾ ਰਿਹਾ ਹੈ, ਅੱਜ ਅਸੀਂ ਬੜੀਆਂ ਬੜੀਆਂ ਪੜ੍ਹਾਈਆਂ ਪੜ੍ਹ ਲਈਆਂ, ਡਿਗਰੀਆਂ ਕਰੀ ਬੈਠੇ ਆ, ਪਰ ਗੁਰਮਤਿ ਦੀ ਰੌਸ਼ਨੀ ਤੋਂ ਅਜੇ ਵੀ ਅਸੀਂ ਦੂਰ ਹਾਂ। ਸਾਡੇ ਘਰ ਦੇ ਵਿੱਚ ਲੜਕੀ ਪੈਦਾ ਹੋ ਜਾਵੇ, ਸਾਡਾ ਸਿਰ ਝੁਕ ਜਾਂਦਾ ਹੈ। ਲੜਕਾ ਭਾਵੇਂ ਸਾਧ ਸੰਗਤ ਜੀ ਵੱਡਾ ਹੋ ਕੇ ਸਾਡੀ ਮਿੱਟੀ ਕੁੱਟ ਦੇਵੇ, ਭਾਵੇਂ ਸਾਡੀ ਬਦਨਾਮੀ ਕਰਨ ਵਾਲਾ ਹੋਵੇ, ਪਰ ਅਸੀਂ ਬੜੇ ਖੁਸ਼ ਹੁੰਨੇ ਆ। ਤੇ ਇਸ ਪ੍ਰਕਾਰ ਐਸਾ ਗਰੀਬ ਨਵਾਜ ਸਾਡੇ ਮਨ ਦੇ ਵਿੱਚ ਪਿਆ ਹੋਇਆ ਭੁਲੇਖਾ ਦੂਰ ਕਰਨ ਤੋਂ ਸਾਧ ਸੰਗਤ ਜੀ ਸੰਤਤ ਬਿਹੋਨ ਬਨਤਾ ਨਾ ਗ੍ਰਹਿ ਛਾਜ ਹੈ। ਭਾਈ ਗੁਰਦਾਸ ਜੀ ਕਹਿੰਦੇ, ਪੁੱਤਰ ਤੋਂ ਬਿਨਾ ਜਿਹੜੀ ਬਣਤਾ ਹੈ ਇਸਤਰੀ ਹੈ ਘਰ ਦੇ ਵਿੱਚ ਸੌਂਦੀ ਨਹੀਂ। ਔਰ ਇਸੇ ਪ੍ਰਕਾਰ ਜੇ ਪੁੱਤਰ ਹੀ ਜੰਮਣਾ ਹੈ ਤੇ ਗਰੀਬ ਨਵਾਜ ਪਾਤਸ਼ਾਹ ਜੀ ਭਜਨ ਕਰਦੇ ਨੇ। ਔਰ ਇਸੇ ਪ੍ਰਕਾਰ ਵਿਦਵਾਨ ਪੁਰਸ਼ਾਂ ਦਾ ਭਜਨ ਤੋਂ ਸੂਰਦਾਸ ਜੀ ਦਾ ਭਜਨ ਉਹਨਾਂ ਦੇ ਗ੍ਰੰਥ ਦੇ ਵਿੱਚ ਹੈ, ਜਨਨੀ ਜਨੈ ਤਾਂ ਭਗਤ ਜਨ ਕਹਿ ਦਾਤਾ ਕੈ ਸੂਰ, ਨਾਹੇ ਤਾਂ ਜਨਨੀ ਬਾਂਝ ਰਹਿ ਕਾਹੇ ਗਵਾਵਹਿ ਨੂਰ। ਉਹ ਕਹਿੰਦੇ ਜੇ ਜਨਨੀ ਜੇ ਇਸਤਰੀ ਨੇ ਪੁੱਤਰ ਹੀ ਪੈਦਾ ਕਰਨਾ ਹੈ, ਜਾਂ ਤੇ ਉਹ ਭਗਤ ਹੋਣਾ ਚਾਹੀਦਾ ਹੈ, ਜਾਂ ਸੂਰਮਾ ਹੋਣਾ ਚਾਹੀਦਾ, ਤੇ ਜਾਂ ਦਾਨੀ ਹੋਣਾ ਚਾਹੀਦਾ ਹੈ। ਜੇ ਇਹਨਾਂ ਦੇ ਵਿੱਚੋਂ ਕੋਈ ਵੀ ਨਾ ਹੋਵੇ ਔਰ ਇਸ ਪ੍ਰਕਾਰ ਜਨਨੀ ਜਿਹੜੀ ਕਹਿੰਦੇ ਬਾਂਝ ਹੀ ਰਹੇ, ਆਪਣੇ ਸਰੀਰ ਦੀ ਸ਼ੋਭਾ ਦੇ ਨਾ ਨਾਸ ਕਰੇ, ਤੇ ਇਸ ਕਰਕੇ ਐਸਾ ਪੁੱਤਰ ਪੈਦਾ ਹੋਣਾ ਚਾਹੀਦਾ ਹੈ। ਪਰ ਸਾਡੇ ਪੁੱਤਰ ਸਾਧ ਸੰਗਤ ਜੀ ਭਗਤ ਸੂਰਮੇ ਤੇ ਦਾਨੀ ਤਾਂ ਬਣਨਗੇ ਜੇ ਆਪਾਂ ਗਰੀਬ ਨਵਾਜ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜਾਂਗੇ, ਜੇ ਆਪਾਂ ਗਰੀਬ ਨਵਾਜ ਪਾਤਸ਼ਾਹ ਜੀ ਦੀ ਬਾਣੀ ਤੋਂ ਰੌਸ਼ਨੀ ਲਵਾਂਗੇ, ਫਿਰ ਸਾਡੇ ਤੇ ਐਸੀਆਂ ਕਿਰਪਾ ਹੋਣਗੀਆਂ। ਤੋ ਗਰੀਬ ਨਵਾਜ ਪਾਤਸ਼ਾਹ ਸਤਿਗੁਰੂ ਜੀ ਕਿਰਪਾ ਕਰਨ, ਸਾਡੇ ਤੇ ਰਹਿਮਤ ਕਰਨ, ਸਾਨੂੰ ਇਸ ਗੱਲ ਦੀ ਵੀ ਸੂਝ ਆਵੇ। ਤੋ ਗਰੀਬ ਨਵਾਜ ਪਾਤਸ਼ਾਹ ਜੀ ਦੀ ਉਸਤਤੀ ਦੇ ਵਿੱਚ ਸਾਨੂੰ ਸਮਝਾਉਂਦਿਆਂ ਹੋਇਆ ਭਾਈ ਗੁਰਦਾਸ ਸਾਹਿਬ ਜੀ ਬਚਨ ਕਰ ਰਹੇ ਨੇ ਕਿ ਸੰਤਤ ਬਿਹੋਨ ਬਨਤਾ ਨਾ ਗ੍ਰਹਿ ਛਾਜ ਹੈ। ਜਿਹੜੇ ਰਾਜੇ ਨੇ ਸੰਤਾਨ ਦੀ ਪ੍ਰਾਪਤੀ ਵਾਸਤੇ ਅਨੇਕਾਂ ਵਿਆਹ ਵੀ ਕੀਤੇ, ਫਿਰ ਵੀ ਪੁੱਤਰ ਪ੍ਰਾਪਤ ਨਾ ਹੋਇਆ। ਕਹਿੰਦੇ ਉਸ ਰਾਜੇ ਦਾ ਦਿਲ ਹੀ ਪੁੱਛਿਆ ਜਾਣਦਾ ਹੈ ਕਿ ਉਸ ਰਾਜੇ ਨੂੰ ਕਿੰਨਾ ਕੁ ਦੁੱਖ ਪ੍ਰਾਪਤ ਹੋਇਆ ਹੈ। ਔਰ ਇਸੇ ਪ੍ਰਕਾਰ ਅਗਲੀ ਉਦਾਹਰਨ ਦਿੰਦਿਆਂ ਹੋਇਆ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਵਿਦਿਆ ਦਾਨ ਜਾਨ ਜੈਸੇ ਪਾਂਧਾ ਚਟਸਾਰ ਜੋਰ ਹੈ। ਪਾਂਧਾ ਨਾਮ ਸਾਧ ਸੰਗਤ ਜੀ ਅਧਿਆਪਕ ਦਾ ਹੈ, ਟੀਚਰ ਦਾ। ਪੁਰਾਣੇ ਸਮਿਆਂ ਦੇ ਵਿੱਚ ਪਾਂਧਾ ਸ਼ਬਦ ਵਰਤਿਆ ਜਾਂਦਾ ਸੀ।
ਔਰ ਇਸ ਪ੍ਰਕਾਰ ਕਹਿੰਦੇ ਕਿਸੇ ਨੇ ਪੜ੍ਹਾਈ ਪੜ੍ਹੀ, ਪਾਂਦੇ ਨੇ ਬਹੁਤ ਜ਼ਿਆਦਾ ਵਿਦਵਤਾ ਹਾਸਲ ਕੀਤੀ, ਗ੍ਰੰਥਾਂ ਨੂੰ ਪੜ੍ਹਿਆ ਔਰ ਮਨ ਦੇ ਵਿੱਚ ਸੋਚਿਆ ਕਿ ਜੀ ਮੈਂ ਗ੍ਰੰਥ ਪੜ੍ਹੇ ਨੇ, ਹੋਰਨਾਂ ਦੇ ਤਾਈ ਵੀ ਵਿਦਿਆ ਦੇਵਾਂ। ਔਰ ਇਸੇ ਤਰ੍ਹਾਂ ਉਸ ਪਾਂਦੇ ਨੇ, ਉਸ ਅਧਿਆਪਕ ਨੇ ਹੋਰਾਂ ਦੇ ਤਾਈ ਆਪਣੇ ਇਲਾਕੇ ਨੂੰ ਗਿਆਨ ਕਰਾਉਣ ਵਾਸਤੇ ਤਾਂ ਸਾਧ ਸੰਗਤ ਜੀ ਇੱਕ ਸਕੂਲ ਖੋਲ੍ਹ ਲਿਆ, ਇੱਕ ਵਿਦਿਆਲਾ ਖੋਲ੍ਹਿਆ, ਬੜਾ ਭਾਰੀ ਪ੍ਰਬੰਧ ਕੀਤਾ। ਉੱਥੇ ਬਿਲਡਿੰਗ 'ਤੇ ਖਰਚਾ ਕੀਤਾ, ਆਪ ਪੜ੍ਹਾਉਣ ਵਾਸਤੇ ਹੋਇਆ, ਹੋਰ ਅਧਿਆਪਕ ਵੀ ਪੜ੍ਹਾਉਣ ਵਾਸਤੇ ਰੱਖ ਲਏ ਨੇ। ਔਰ ਸਾਧ ਸੰਗਤ ਜੀ ਕਹਿੰਦੇ ਜੈਸੇ ਵਿਦਿਆ ਦਾਨ ਜਾਨ ਜੈਸੇ ਪਾਂਦਾ ਚਟਸਾਰ ਜੋਰ ਹੈ, ਵਿਦਿਆ ਦੀਨ ਹੀਨ ਖਲ ਨਾਮ ਉਪਰਾਜ ਹੈ। ਹੁਣ ਸਾਧ ਸੰਗਤ ਜੀ ਸਕੂਲ ਤੇ ਬਣਾ ਲਿਆ, ਵਿਦਿਆਲਾ ਤੇ ਬਣਾ ਲਿਆ ਔਰ ਉਸ ਵਿਦਿਆਲੇ ਦੇ ਵਿੱਚ ਪੜ੍ਹਨ ਵਾਸਤੇ ਜਦੋਂ ਕੋਈ ਵਿਦਿਆਰਥੀ ਨਾ ਆਇਆ ਹੀ ਨਾ ਕੋਈ ਸਿੱਖਿਆ ਲੈਣ ਵਾਸਤੇ, ਉਸ ਵੇਲੇ ਸਾਧ ਸੰਗਤ ਜੀ ਪਾਂਦੇ ਦਾ ਦਿਲ ਹੀ ਪੁੱਛਿਆ ਜਾਣਦਾ ਹੈ ਕਿ ਉਹਨੂੰ ਕਿੰਨਾ ਕੁ ਦੁੱਖ ਪ੍ਰਾਪਤ ਹੋਇਆ। ਉਹ ਮਨ ਦੇ ਵਿੱਚ ਸੋਚਦਾ ਹੈ ਕਿ ਮੈਂ ਬੜੀ ਪਹਿਲਾਂ ਸਮਾਂ ਲਾ ਕੇ ਆਪ ਸਮਾਂ ਲਾਇਆ, ਵਿਦਿਆ ਪੜ੍ਹੀ, ਮੁੜ ਕੇ ਬਹੁਤ ਜ਼ਿਆਦਾ ਯਤਨ ਕੀਤਾ ਹੈ, ਸਕੂਲ ਬਣਾਇਆ, ਬੜਾ ਪ੍ਰਬੰਧ ਕੀਤਾ, ਕੋਈ ਪੜ੍ਹਨ ਵਾਸਤੇ ਨਹੀਂ ਆਇਆ ਤਾਂ ਸਾਧ ਸੰਗਤ ਜੀ ਬੜਾ ਭਾਰੀ ਦੁੱਖ ਪ੍ਰਾਪਤ ਹੁੰਦਾ ਹੈ। ਉਸ ਪਾਂਦੇ ਦਾ ਦਿਲ ਹੀ ਪੁੱਛਿਆ ਜਾਣਦਾ ਕਿ ਕਿੰਨਾ ਦੁੱਖ ਪ੍ਰਾਪਤ ਹੋਇਆ। ਬਾਕੀ ਗਰੀਬ ਨਵਾਜ਼ ਮਾਫ ਕਰਨਾ, ਭਾਈ ਗੁਰਦਾਸ ਸਾਹਿਬ ਜੀ ਬਚਨ ਕਰਦੇ ਨੇ, ਵਿਦਿਆਹੀਨ ਦੀਨ ਖਲ ਨਾਮ ਉਪਰਾਜ ਹੈ। ਕਹਿੰਦੇ ਜਿਹੜਾ ਗੁਰੂ ਕੀ ਬਾਣੀ ਤੋਂ ਵਾਂਝਾ ਹੋਵੇ, ਜਿਹੜਾ ਵਿਦਿਆ ਤੋਂ ਰਹਿਤ ਹੋਵੇ, ਉਹਦਾ ਨਾਮ ਖਲ ਹੁੰਦਾ ਹੈ, ਉਹਨੂੰ ਲੋਕ ਮੂਰਖ ਕਹਿੰਦੇ ਨੇ। ਔਰ ਇਸ ਪ੍ਰਕਾਰ ਸਾਧ ਸੰਗਤ ਜੀ ਪਾਂਦੇ ਦਾ ਵੀ ਮਨ ਬਹੁਤ ਜ਼ਿਆਦਾ ਦੁਖੀ ਹੁੰਦਾ ਹੈ। ਐਸੀਆਂ ਤਿੰਨ ਉਦਾਹਰਨਾਂ ਦੇ ਕੇ ਭਾਈ ਗੁਰਦਾਸ ਸਾਹਿਬ ਜੀ ਅਗਲਾ ਭਜਨ ਕਰਦੇ ਨੇ, ਸਤਿਗੁਰ ਸਿੱਖ ਸਾਖਾ ਸੰਗ੍ਰਹਿ ਸੋ ਗਿਆਨ ਨਿਮਿਤ। ਤੋਂ ਗਰੀਬ ਨਵਾਜ਼ ਨੇ ਜਿਹੜੀਆਂ ਟਕਸਾਲਾਂ ਸੰਪਰਦਾਵਾਂ ਚਲਾਈਆਂ, ਆਪਣੇ ਹੱਥੀਂ ਚਲਾ ਕੇ ਗਏ ਨੇ, ਉਹ ਕਾਹਦੇ ਵਾਸਤੇ? ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਗਿਆਨ ਨਿਮਿਤ, ਜੀਵ ਨੂੰ ਗਿਆਨ ਕਰਵਾਉਣ ਵਾਸਤੇ। ਹੁਣ ਸਾਧ ਸੰਗਤ ਜੀ ਰਾੜਾ ਸਾਹਿਬ ਦੀ ਸੰਪਰਦਾ ਨਾਨਕਸਰ ਦੀ ਸੰਪਰਦਾ ਹੈ ਔਰ ਇਸੇ ਪ੍ਰਕਾਰ ਟਕਸਾਲ ਸੰਪਰਦਾ ਹੈ, ਸ਼੍ਰੋਮਣੀ ਕਮੇਟੀ ਹੈ। ਇਹ ਕਾਹਦੇ ਵਾਸਤੇ? ਸਾਨੂੰ ਗਿਆਨ ਕਰਾਉਣ ਵਾਸਤੇ। ਪਰ ਅੱਜ ਕੱਲ੍ਹ ਸਾਧ ਸੰਗਤ ਜੀ ਆਪਾਂ ਆਪੋ ਵਿੱਚ ਹੀ ਨਿੰਦਿਆ ਵਿੱਚ ਫਸੇ ਹੋਏ ਆ, ਇੱਕ ਦੂਜੇ ਦੀ ਨਿੰਦਿਆ ਕਰ ਰਹੇ ਆ, ਜਿਸ ਕਰਕੇ ਸਾਨੂੰ ਪ੍ਰਾਪਤੀ ਕੋਈ ਨਹੀਂ ਹੋ ਰਹੀ। ਆਪਾਂ ਕਹਿਣ ਨੂੰ ਭਾਵੇਂ ਡੀਂਗ ਮਾਰਦੇ ਆ ਕਿ ਮੈਨੂੰ ਆਹ ਅਵਸਥਾ ਪ੍ਰਾਪਤ ਹੋ ਗਈ, ਆਹ ਅਵਸਥਾ ਪ੍ਰਾਪਤ ਹੋ ਗਈ। ਜਿੰਨਾ ਚਿਰ ਸਾਧ ਸੰਗਤ ਜੀ ਆਪਾਂ ਇੱਕ ਦੂਜੇ ਦੀ ਨਿੰਦਿਆ ਛੱਡ ਕੇ ਇੱਕ ਦੂਜੇ ਦੇ ਨਾਲ ਮਿਲ ਕੇ ਨਹੀਂ ਬਹਿੰਦੇ, ਸਤਿਗੁਰਾਂ ਦੇ ਦੱਸੇ ਮਾਰਗ ਤੇ ਚੱਲਦੇ ਨਹੀਂ, ਉਹਨਾਂ ਚਿਰ ਭਾਵੇਂ ਦੁਨੀਆ ਨੂੰ ਭੁਲੇਖਾ ਪਾਈ ਜਾਈਏ, ਪਰ ਸਾਧ ਸੰਗਤ ਜੀ ਮਾਫ ਕਰਨਾ, ਅੰਦਰੋਂ ਸਾਡੀ ਅਵਸਥਾ ਕਦੇ ਨਹੀਂ ਬਦਲ ਸਕਦੀ। ਜੇ ਸਾਡੇ ਅੰਦਰ ਵੈਰ ਹੈ, ਜੇ ਸਾਡੇ ਅੰਦਰ ਵਿਰੋਧ ਹੈ, ਤੇ ਸਾਧ ਸੰਗਤ ਜੀ ਅਸੀਂ ਕਦੇ ਵੀ ਗੁਰਮੁਖ ਨਹੀਂ ਬਣ ਸਕਦੇ। ਆਪਾਂ ਕਹਿੰਦੇ ਅਸੀਂ ਗੁਰਮੁਖਾਂ, ਸਾਨੂੰ ਆਹ ਅਵਸਥਾ ਪ੍ਰਾਪਤ ਹੋਈ ਹੈ, ਨਿੰਦਿਆ ਕਰੀ ਜਾਂਦੇ ਆ, ਵੈਰ ਵਿਰੋਧ ਕਰੀ ਜਾਂਦੇ ਆ, ਇਹ ਸਤਿਗੁਰਾਂ ਦੇ ਬਚਨਾਂ ਤੋਂ ਉਲਟ ਹੈ। ਗਰੀਬ ਨਵਾਜ਼ ਕਹਿੰਦੇ ਗੁਰਮੁਖ ਵੈਰ ਵਿਰੋਧ ਗਵਾਵੇ। ਜਿਹੜਾ ਗੁਰਮੁਖ ਹੈ ਨਾ ਉਹਦੇ ਅੰਦਰ ਵੈਰ, ਨਾ ਕਿਸੇ ਦਾ ਵਿਰੋਧ। ਤੇ ਇਸ ਕਰਕੇ ਸਾਧ ਸੰਗਤ ਜੀ ਗਰੀਬ ਨਵਾਜ਼ ਜੀ ਕਿਰਪਾ ਕਰਨ, ਆਪਾਂ ਚੌਂਕੜੇ ਮਾਰ ਕੇ ਇੱਕ ਦੂਜੇ ਦੇ ਨਾਲ ਗੋਡੇ ਨਾਲ ਗੋਡਾ ਜੋੜ ਕੇ ਤੇ ਬੈਠ ਜਾਂਦੇ ਆ, ਪਰ ਮਨ ਸਾਡੇ ਕਰੋੜਾਂ ਹੀ ਮੀਲ ਦੂਰ ਹੁੰਦੇ ਨੇ, ਬੜੇ ਬੜੇ ਲੰਬੇ ਦੂਰ ਦੇ ਫੈਸਲੇ ਪਏ ਹੁੰਦੇ ਨੇ। ਮਨ ਹੋਈ ਮਨ ਆਪਾਂ ਕਹੀ ਜਾਂਦੇ, ਕਿਸੇ ਨਾ ਕਿਸੇ ਤਰ੍ਹਾਂ ਮੈਂ ਸਟੇਜ ਤੇ ਮੈਨੂੰ ਸਮਾਂ ਮਿਲੇ ਤੇ ਮੈਂ ਇਹਦੀ ਨਿੰਦਿਆ ਕਰਾਂ, ਇਹਦੀਆਂ ਕਮਜ਼ੋਰੀਆਂ ਦੱਸਾਂ। ਪਰ ਸਾਧ ਸੰਗਤ ਜੀ ਜੇ ਆਪਾਂ ਕਿਸੇ ਵੀ ਸੰਪਰਦਾ ਦੀ ਨਿੰਦਿਆ ਕਰਦੇ ਆ ਤੇ ਗੁਰੂ ਗਰੀਬ ਨਵਾਜ਼ ਪਾਤਸ਼ਾਹ ਜੀ ਇਸ ਪ੍ਰਕਾਰ ਸਾਡੇ ਤੇ ਕਦੇ ਵੀ ਪ੍ਰਸੰਨ ਨਹੀਂ ਹੋਣਗੇ। ਸਤਿਗੁਰਾਂ ਦੀ ਚਲਾਈਆਂ ਹੋਈਆਂ ਜਥੇਬੰਦੀਆਂ ਸੰਪਰਦਾਵਾਂ ਨੇ। ਤਾਂ ਰਹੋ ਵਿਚਾਰ, ਭਾਈ ਗੁਰਦਾਸ ਸਾਹਿਬ ਜੀ ਕਹਿ ਰਹੇ ਸਤਿਗੁਰ ਸਿੱਖ ਸਾਖਾ ਸੰਗ੍ਰਹਿ ਤੋਂ ਗਿਆਨ ਨਿਮਿਤ। ਤੋਂ ਸਤਿਗੁਰ ਗਰੀਬ ਨਵਾਜ਼ ਨੇ ਗਿਆਨ ਕਰਾਉਣ ਵਾਸਤੇ ਸੰਪਰਦਾਵਾਂ ਟਕਸਾਲਾਂ ਚਲਾਈਆਂ। ਹੁਣ ਸਾਧ ਸੰਗਤ ਜੀ ਰਾੜਾ ਸਾਹਿਬ ਦੀ ਸੰਪਰਦਾ ਵੇਖੀਏ ਤੇ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖ ਹੋਏ ਨੇ, ਉਹਨਾਂ ਵਰਗਾ ਕੋਈ ਨਹੀਂ ਹੋ ਸਕਦਾ। ਔਰ ਇਸੇ ਪ੍ਰਕਾਰ ਜੇ ਨਾਨਕਸਰ ਦੀ ਵੇਖੀ ਸੰਪਰਦਾ ਤੇ ਬਾਬਾ ਆਨੰਦ ਸਿੰਘ ਜੀ ਵਰਗਾ ਕੋਈ ਨਹੀਂ ਹੋ ਸਕਦਾ। ਔਰ ਇਸੇ ਪ੍ਰਕਾਰ ਜੇ ਟਕਸਾਲ ਦੇ ਵਿੱਚ ਵੇਖੀਏ ਤੇ ਬੇਅੰਤ ਮਹਾਂਪੁਰਖ ਗਿਆਨੀ ਗੁਰਬਚਨ ਸਿੰਘ ਕਰਤਾਰ ਸਿੰਘ ਜੀ ਵਰਗੇ, ਇਹਨਾਂ ਵਰਗਾ ਕੋਈ ਨਹੀਂ ਹੋ ਸਕਦਾ। ਤੇ ਜੇ ਅਖੰਡ ਕੀਰਤਨੀਆਂ ਦੇ ਵਿੱਚ ਵੇਖੀਏ ਤੇ ਭਾਈ ਰਣਧੀਰ ਸਿੰਘ ਜੀ ਅਭਿਆਸੀ, ਉਹਨਾਂ ਵਰਗਾ ਕੋਈ ਨਹੀਂ ਹੋ ਸਕਦਾ। ਉਹਦੇ ਸਾਧ ਸੰਗਤ ਜੀ ਹਰ ਵੇਲੇ ਇੱਕ ਰਹਿੰਦੇ ਸੀ, ਪਰ ਆਪਾਂ ਨੇ ਸਾਧ ਸੰਗਤ ਜੀ ਵੰਡੀਆਂ ਪਾ ਦਿੱਤੀਆਂ। ਜਦੋਂ ਮੰਗਲਾਂ ਦੀ ਸੁਧਾਰ ਦਾ ਸਮਾਂ ਆਇਆ ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਸੰਤ ਸਮਾਜ ਦਾ ਇਕੱਠ ਬੁਲਾਇਆ,
ਆਪ ਫੋਟੋ ਵੀ ਵੇਖ ਸਕਦੇ ਹੋ। ਉਸ ਤਸਵੀਰ ਦੇ ਵਿੱਚ ਸਭ ਸੰਪਰਦਾਵਾਂ, ਸਭ ਮਹਾਂਪੁਰਖ ਇਕੱਠੇ ਕੀਤੇ ਨੇ। ਪਰ ਅੱਜ ਆਪਾਂ ਸਾਧ ਸੰਗਤ ਜੀ ਵੰਡੀਆਂ ਪਾ ਦਿੱਤੀਆਂ, ਆਪਣੇ ਵਿੱਚ ਫਰਕ ਪੈ ਗਿਆ, ਆਪਣੇ ਵਿੱਚ ਦੁਬਿਧਾ ਪੈ ਗਈ, ਜਿਸ ਕਰਕੇ ਆਪਾਂ ਖੁਆਰ ਹੋ ਰਹੇ ਹਾਂ। ਤੋ ਸਾਧ ਸੰਗਤ ਜੀ ਖੁਆਰੀਆਂ ਵਾਲੀ ਗੱਲ ਹੈ। ਸਾਡੇ ਧਰਮ ਦੇ ਵਿੱਚ ਸਾਧ ਸੰਗਤ ਜੀ ਐਸਾ ਇਹ ਸਮਾਂ ਬਣਿਆ ਹੋਇਆ ਹੈ, ਅੱਜ ਗੁਰੂ ਕਾ ਸਿੱਖ ਆਪਣੀ ਗੱਲ, ਹੱਕ ਦੀ ਗੱਲ ਨਹੀਂ ਕਰ ਸਕਦਾ। ਅੱਜ ਕੇਸਾਂ ਦੀ ਬੇਅਦਬੀ ਔਰ ਇਸੇ ਪ੍ਰਕਾਰ ਸਾਧ ਸੰਗਤ ਜੀ ਸਿੱਖੀ ਸਰੂਪ ਦੀ ਬੇਅਦਬੀ ਹੋ ਰਹੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਹੋ ਰਹੀਆਂ। ਤੋ ਇਸ ਪ੍ਰਕਾਰ ਇਹ ਕੀ ਕਾਰਨ ਹੈ? ਸਾਡੇ ਅੰਦਰਲੇ ਇਕੱਠ ਦੇ ਕਾਰਨ। ਭਾਵ ਇਕੱਠ ਨਹੀਂ ਬਣਿਆ ਤਾਂ ਸਾਧ ਸੰਗਤ ਜੀ ਐਸਾ ਹੋ ਰਿਹਾ। ਜੇ ਗੁਰੂ ਕਾ ਖਾਲਸਾ ਇਕਮੁੱਠ ਹੋਵੇ ਤੇ ਕਿਸ ਦੀ ਮਜਾਲ ਹੈ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਜਾਵੇ? ਕਿਸ ਦੀ ਮਜਾਲ ਹੈ ਸਿੱਖ ਪੰਥ ਦੇ ਖਿਲਾਫ ਬੋਲ ਜਾਵੇ? ਤੇ ਇਸ ਪ੍ਰਕਾਰ ਸਾਧ ਸੰਗਤ ਜੀ ਸਾਡੇ ਅੰਦਰ ਐਸਾ ਇਹ ਨਿਗਾਰ ਆਉਂਦਾ ਜਾ ਰਿਹਾ ਹੈ। ਗਰੀਬ ਨਵਾਜ ਜੀ ਕਿਰਪਾ ਕਰਨ, ਇਸ ਤੋਂ ਵੀ ਸਾਨੂੰ ਤੋਂ ਨਿਜਾਤ ਦਿਵਾਉਣ। ਗਰੀਬ ਨਵਾਜ ਜੀ ਦੀ ਕਿਰਪਾ ਦੇ ਨਾਲ ਸਾਨੂੰ ਸੋਝੀ ਆਵੇ। ਤੋ ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰ ਸਿੱਖ ਸਾਖਾ ਸੰਗ੍ਰਹਿ ਸੁਗਿਆਨ ਨਿਮਿਤ, ਬਿਨ ਗੁਰ ਗਿਆਨ ਤ੍ਰਿਗ ਜਨਮ ਕੋ ਲਾਜ ਹੈ। ਤੇ ਇਸੇ ਪ੍ਰਕਾਰ ਕਹਿੰਦੇ ਐਸੀਆਂ ਸੰਪਰਦਾਵਾਂ, ਐਸੀਆਂ ਟਕਸਾਲਾਂ ਹੁੰਦਿਆਂ ਹੋਇਆਂ ਵੀ ਜੇ ਤੂੰ ਗੁਰੂ ਕਾ ਗਿਆਨ ਪ੍ਰਾਪਤ ਨਹੀਂ ਹੋਇਆ, ਤੂੰ ਗੁਰੂ ਕਾ ਗਿਆਨ ਪ੍ਰਾਪਤ ਨਹੀਂ ਕੀਤਾ ਤੇ ਤੇਰਾ ਜਨਮ ਤ੍ਰਿਗ ਹੈ। ਲਾਂਤਾਂ ਨੇ ਤੇਰੇ ਜੀਵਨ ਦੇ ਤਾਂ ਹੀ ਤੂੰ ਐਸਾ ਇੰਨੀਆਂ ਸੰਪਰਦਾਵਾਂ ਹੁੰਦਿਆਂ ਹੋਇਆਂ ਵੀ ਗਿਆਨ ਪ੍ਰਾਪਤ ਨਹੀਂ ਕੀਤਾ। ਤੋ ਸਾਧ ਸੰਗਤ ਜੀ ਹੁਣ ਆਪਾਂ ਜਰਾ ਸੁਰਤੀ ਜੋੜੀਏ। ਜੇ ਮਾਲੀ ਨੇ ਬਾਗ ਲਾਇਆ, ਫਲ ਨਹੀਂ ਲੱਗਿਆ, ਉਹਦਾ ਦਿਲ ਹੀ ਪੁੱਛਿਆ ਜਾਣਦਾ ਕਿੰਨਾ ਦੁੱਖ ਹੋਇਆ ਹੈ। ਰਾਜੇ ਨੇ ਅਨੇਕਾਂ ਵਿਆਹ ਕੀਤੇ, ਸੰਤਾਨ ਦੀ ਪ੍ਰਾਪਤੀ ਨਾ ਹੋਈ, ਉਸ ਰਾਜੇ ਦਾ ਦਿਲ ਪੁੱਛਿਆ ਜਾਣਦਾ ਕਿੰਨਾ ਦੁੱਖ ਹੋਇਆ ਹੈ। ਇੱਕ ਅਧਿਆਪਕ ਨੇ, ਇੱਕ ਪਾਂਧੇ ਨੇ ਵਿਦਿਆ ਪੜ੍ਹ ਕੇ ਪੜ੍ਹਾਉਣ ਦਾ ਯਤਨ ਕੀਤਾ, ਪਾਠਸ਼ਾਲਾ ਬਣਾਈ, ਕੋਈ ਪੜ੍ਹਨ ਵਾਸਤੇ ਨਹੀਂ ਆਇਆ, ਉਸ ਪਾਂਧੇ ਦਾ ਦਿਲ ਪੁੱਛਿਆ ਜਾਣਦਾ ਕਿੰਨਾ ਦੁੱਖ ਹੋਇਆ ਹੈ। ਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਹੱਥਾਂ ਦੇ ਨਾਲ ਟਕਸਾਲਾਂ ਚਲਾਉਣ ਵਾਲੇ, ਜਦੋਂ ਸਾਧ ਸੰਗਤ ਜੀ ਇਹਨਾਂ ਸੰਪਰਦਾਵਾਂ ਦੇ ਵਿੱਚ ਕੋਈ ਲਾਭ ਲੈਣ ਵਾਸਤੇ ਨਹੀਂ ਆਉਂਦਾ, ਉਸ ਵੇਲੇ ਗਰੀਬ ਨਵਾਜ ਪਾਤਸ਼ਾਹ ਜੀ ਦਾ ਦਿਲ ਪੁੱਛਿਆ ਜਾਣਦਾ ਹੈ ਕਿ ਉਹਨਾਂ ਦੇ ਤਾਂ ਕਿੰਨਾ ਦੁੱਖ ਹੋਇਆ ਹੈ। ਗਰੀਬ ਨਵਾਜ ਕਹਿੰਦੇ ਆਹ ਖਾਲਸਾ ਇਹਦੇ ਵਾਸਤੇ ਮੈਂ ਆਪਣਾ ਪਰਿਵਾਰ ਵਾਰਿਆ, ਇਹ ਖਾਲਸਾ ਜਿਹਦੇ ਵਾਸਤੇ ਮੈਂ ਆਪਣੇ ਪੁੱਤਰ ਸ਼ਹੀਦ ਕਰ ਦਿੱਤੇ, ਆਨੰਦਾਂ ਦੀ ਪੁਰੀ ਨੂੰ ਵਸਾਰ ਦਿੱਤਾ, ਆਪਣੇ ਹੱਥਾਂ ਦੇ ਨਾਲ ਸੰਪਰਦਾਵਾਂ ਚਲਾਈਆਂ, ਔਰ ਅੱਜ ਮੇਰਾ ਖਾਲਸਾ ਇਹਨਾਂ ਤੋਂ ਦੂਰ ਜਾ ਰਿਹਾ ਹੈ, ਗੁਰੂ ਕੇ ਸ਼ਬਦ ਦੀ ਰੌਸ਼ਨੀ ਤੋਂ ਦੂਰ ਜਾ ਰਿਹਾ ਹੈ। ਤਾਂ ਸਾਧ ਸੰਗਤ ਜੀ ਬੇਅੰਤ ਸਤਿਗੁਰਾਂ ਦੇ ਤਾਂ ਹੀ ਦੁੱਖ ਹੁੰਦਾ ਹੈ ਜਦੋਂ ਆਪਣੇ ਆਪ ਨੂੰ ਸਿੱਖ ਅਖਵਾਉਂਦਾ ਹੈ, ਆਪਣੇ ਆਪ ਨੂੰ ਨਾਮ ਦੇ ਨਾਲ ਲੱਗਾ ਹੋਇਆ ਸਿੰਘ, ਪਰ ਸਾਧ ਸੰਗਤ ਜੀ ਨਾ ਮੂੰਹ ਤੇ ਕੇ ਅਦਾੜਾ, ਨਾ ਕੇਸ ਨੇ, ਔਰ ਸਿੰਘ ਨਹੀਂ ਹੋ ਸਕਦਾ। ਇਹ ਸਿੰਘ ਦੀਆਂ ਡਿਗਰੀਆਂ ਸਾਨੂੰ ਕਿੱਥੋਂ ਮਿਲੀਆਂ? ਤਾਂ ਸਾਧ ਸੰਗਤ ਜੀ ਸਤਿਗੁਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਕੇਸਾਂ ਵਾਸਤੇ ਕੁਰਬਾਨੀਆਂ ਕੀਤੀਆਂ। ਤੇ ਜੇ ਕੇਸ ਨੇ, ਜੇ ਸਾਬਤ ਸੂਰਤਾਂ, ਤੇ ਆਪਾਂ ਸਿੰਘ ਅਖਵਾਉਣ ਦੇ ਹੱਕਦਾਰ ਹਾਂ। ਤੋ ਅੱਜ ਸਾਧ ਸੰਗਤ ਜੀ ਬੜਾ ਪਤਤਪੁਣਾ ਆ ਰਿਹਾ ਹੈ, ਬੜਾ ਸਾਧ ਸੰਗਤ ਜੀ ਆਪਾਂ ਗੁਰੂ ਕੀ ਬਾਣੀ ਤੋਂ ਦੂਰ ਜਾ ਰਹੇ ਹਾਂ, ਗੁਰੂ ਕੇ ਬਾਣੇ ਤੋਂ ਦੂਰ ਜਾ ਰਹੇ ਹਾਂ। ਸਤਿਗੁਰ ਗਰੀਬ ਨਵਾਜ ਜੀ ਕਿਰਪਾ ਕਰਨ, ਜੇ ਆਪਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਖੁਸ਼ੀਆਂ ਲੈਣੀਆਂ ਚਾਹੁੰਦੇ ਹਾਂ, ਆਪਾਂ ਚਾਹੁੰਦੇ ਹਾਂ ਕਿ ਗਰੀਬ ਨਵਾਜ ਸਾਡੇ ਤੇ ਪ੍ਰਸੰਨ ਹੋਣ, ਤੇ ਸਾਡੀ ਸ਼ਕਲ ਸਾਧ ਸੰਗਤ ਜੀ ਗੁਰੂ ਵਰਗੀ ਹੋਣੀ ਚਾਹੀਦੀ ਹੈ, ਸਾਡੀ ਅਕਲ ਗੁਰੂ ਕੀ ਬਾਣੀ ਦੇ ਨਾਲ ਜੁੜਨ ਵਾਲੀ ਹੋਣੀ ਚਾਹੀਦੀ ਹੈ। ਤਾਂ ਸਾਡਾ ਬਾਣਾ ਗੁਰੂ ਵਰਗਾ ਹੋਣਾ ਚਾਹੀਦਾ ਹੈ। ਤਾਂ ਸਾਧ ਸੰਗਤ ਜੀ ਬਾਣਾ ਇਹ ਨਾ ਸਮਝਿਓ ਕਿ ਚੋਲੇ ਦੀ ਗੱਲ ਕਰ ਰਹੇ ਹਾਂ, ਕਿਉਂਕਿ ਹਰ ਕੋਈ ਚੋਲਾ ਨਹੀਂ ਪਾ ਸਕਦਾ, ਕਿਉਂਕਿ ਐਸੀਆਂ ਮਜਬੂਰੀਆਂ, ਐਸੇ ਕੰਮ ਨੇ, ਕਾਰ ਵਿਹਾਰ ਨੇ। ਤਾਂ ਇਸ ਪ੍ਰਕਾਰ ਐਸਾ ਨਹੀਂ ਹੋ ਸਕਦਾ। ਪਰ ਅਸਲ ਦੇ ਵਿੱਚ ਬਾਣਾ 5 ਕਕਾਰੀ ਵਰਦੀ ਹੈ, ਕੇਸ ਗੰਗਾ ਕੜਪਾਨ ਕੱਛ, ਇਸ ਪ੍ਰਕਾਰ ਐਸਾ ਇਹ 5 ਕਕਾਰੀ ਵਰਦੀ ਬਾਣਾ ਹੈ। ਤੇ ਗੁਰੂ ਕਾ ਸਿੱਖ ਸਾਧ ਸੰਗਤ ਜੀ ਭਾਵੇਂ ਪੈਂਟਾਂ ਸ਼ਰਟਾਂ ਪਾਉਂਦਾ ਹੋਵੇ, ਭਾਵੇਂ ਕੁੜਤਾ ਪਜਾਮਾ ਪਾਉਂਦਾ, ਭਾਵੇਂ ਚੋਲਾ ਪਾਉਂਦਾ ਹੋਵੇ, ਗੁਰੂ ਕੀ ਬਾਣੇ ਦੇ ਵਿੱਚ ਜ਼ਰੂਰ ਹੋਵੇ, 5 ਕਕਾਰਾਂ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ ਹੈ। ਤੇ ਐਸੀਆਂ ਵੀ ਮੈਂ ਬੇਨਤੀਆਂ ਕਰਾਂ ਕਿ ਜਦੋਂ ਆਪਾਂ ਗੁਰੂ ਕੇ ਦਰ ਤੇ ਆਉਣਾ, ਉਸ ਵੇਲੇ ਜ਼ਰੂਰ ਬਾਣੀ ਦੇ ਵਿੱਚ ਆਉਣ ਦਾ ਯਤਨ ਕਰੀਏ। ਜੇ ਚੋਲਾ ਨਹੀਂ ਪਾ ਸਕਦੇ ਤੇ ਘੱਟੋ ਘੱਟ ਕੁੜਤਾ ਪਜਾਮਾ ਸਾਧ ਸੰਗਤ ਜੀ ਜ਼ਰੂਰ ਹੋਣਾ ਚਾਹੀਦਾ ਹੈ। ਕਈ ਵਾਰੀ ਆਪਾਂ ਵੇਖਦੇ ਹਾਂ ਕਿ ਐਸਾ ਸਮਾਗਮ ਹੁੰਦਾ ਹੈ, ਔਰ ਸਾਧ ਸੰਗਤ ਜੀ ਕਈ ਵਾਰੀ ਜੀਵ ਪੈਂਟਾਂ ਸ਼ਰਟਾਂ, ਟੀ ਸ਼ਰਟਾਂ ਉੱਚੀਆਂ ਜਿਹੀਆਂ ਪਾ ਕੇ ਆ ਜਾਂਦਾ ਹੈ। ਜਦੋਂ ਗਰੀਬ ਨਵਾਜ ਪਾਤਸ਼ਾਹ ਨੂੰ ਨਮਸਕਾਰ ਕਰਦਾ ਤਾਂ ਇਸ ਪ੍ਰਕਾਰ ਕੱਪੜਾ ਪਾਸੇ ਹੁੰਦਾ ਹੈ, ਸਰੀਰ ਲੱਭਦਾ ਹੈ, ਸੰਗਤ ਦੇ ਵਿੱਚ ਬੈਠਿਆਂ ਵੀ ਫਿਰ ਸਾਧ ਸੰਗਤ ਜੀ ਐਸਾ ਹੀ ਹੁੰਦਾ ਹੈ। ਤਾਂ ਇਸ ਕਰਕੇ ਐਸੇ ਵਸਤਰ ਹੋਣ ਜਿਹਦੇ ਨਾਲ ਸਾਡਾ ਸਰੀਰ ਢੱਕਿਆ ਹੋਵੇ,
ਔਰ ਇਸੇ ਪ੍ਰਕਾਰ ਸਾਦੇ ਵਸਤਰ ਹੋਣ। ਗਰੀਬ ਨਵਾਜ ਜੀ ਕਿਰਪਾ ਕਰਨ, ਬਾਣੀ ਬਾਣੇ ਦੇ ਵਿੱਚ ਸਾਨੂੰ ਪ੍ਰਪੱਕ ਹੋਣ ਦਾ ਜਾਚ ਆਵੇ, ਢੰਗ ਜੁਗਤੀ ਆਵੇ। ਤੋ ਸਾਧ ਸੰਗਤ ਜੀ ਐਸਾ ਗਰੀਬ ਨਵਾਜ ਪਾਤਸ਼ਾਹ ਜੀ ਦੀ ਉਸਤਤੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਨੇ ਸਾਨੂੰ ਸਮਝਾਉਂਦਿਆਂ ਹੋਇਆ ਐਸਾ ਕਵਿਤ ਉਪਦੇਸ਼ਿਆ। ਤੋ ਗਰੀਬ ਨਵਾਜ ਕਿਰਪਾ ਕਰਨ, ਇਸੇ ਅਨੁਸਾਰ ਸਾਨੂੰ ਜੀਵਨ ਜਿਉਣ ਦੀ ਯਾਦ ਆ ਜਾਵੇ। ਤੋ ਸਾਧ ਸੰਗਤ ਜੀ ਜਿਵੇਂ ਭਾਈ ਸਾਹਿਬ ਜੀ ਕਹਿ ਰਹੇ ਸਨ ਕਿ ਰਾਧਾ ਸੁਆਮੀਆਂ ਨੇ ਐਸਾ ਗੁਰੂ ਘਰ ਦੀ ਬੇਅਦਬੀ ਕੀਤੀ ਹੈ, ਤੋ ਇਹ ਸਾਧ ਸੰਗਤ ਤਾਂ ਹੀ ਹੋ ਰਹੀਆਂ ਸਾਡੇ ਵਿੱਚ ਆਪਸੀ ਫੁੱਟ ਦੇ ਕਾਰਨ। ਜੇ ਫੁੱਟ ਨਾ ਹੋਵੇ ਤੇ ਇਸ ਪ੍ਰਕਾਰ ਏਕਤਾ ਹੋਵੇ ਤੇ ਕਦੇ ਨਹੀਂ ਹੋ ਸਕਦਾ। ਇਹ ਟਕਵਾਂਜ ਚੱਲੇ ਹੋਏ ਨੇ, ਪਖੰਡ ਚੱਲੇ ਹੋਏ ਨੇ। ਤੋ ਜਿਵੇਂ ਸਰਸੇ ਵਾਲਾ ਰਾਧਾ ਸੁਆਮੀ, ਭਨਿਆਰੇ ਵਾਲਾ ਆਸ਼ੂਤੋਸ਼, ਇਹਨਾਂ ਨੂੰ ਆਪਾਂ ਕੋਈ ਧਰਮੀ ਨਹੀਂ ਕਹਿ ਸਕਦੇ। ਇਹ ਕਿਸੇ ਧਰਮ ਦੇ ਵਿੱਚ ਨਹੀਂ ਆਉਂਦੇ। ਕਈ ਵਾਰੀ ਆਪਾਂ ਸਟੇਜ ਤੇ ਬਹਿ ਕੇ ਪ੍ਰਚਾਰ ਕਰੀਏ, ਸੰਗਤ ਦੇ ਵਿੱਚ ਬੈਠੇ ਕਈ ਵਾਰੀ ਜੀਵ ਕਹਿ ਦਿੰਦੇ ਨੇ ਕਿ ਸਤਿਗੁਰੂ ਜੀ ਤੇ ਕਹਿੰਦੇ ਨਿੰਦਿਆ ਭਲੀ ਕਿਸੇ ਕੀ ਨਾਹੀ, ਮਾਨਮੁਖ ਮੁਗਧ ਕਰਨ, ਮੋਹ ਕਾਲੇ ਤੇ ਨਾ ਨਿੰਦਕਾ ਨਰਕੇ ਘੋਰ ਪਵਨ। ਪਰ ਸਾਧ ਸੰਗਤ ਜੀ ਕਿਸੇ ਧਰਮੀ ਪੁਰਸ਼ ਦੀ ਨਿੰਦਿਆ ਹੈ, ਇਹ ਕਿਸੇ ਧਰਮ ਦੇ ਵਿੱਚ ਨਹੀਂ ਆਉਂਦੇ। ਇਹਨਾਂ ਨੇ ਆਪਣੀ ਪੂਜਾ ਕਰਾਉਣ ਵਾਸਤੇ ਟਕਵੰਜ ਚਲਾਇਆ ਹੋਇਆ ਹੈ। ਤੋ ਗਰੀਬ ਨਵਾਜ ਕਿਰਪਾ ਕਰਨ, ਰਹਿਮਤ ਕਰਨ, ਸਾਨੂੰ ਗੁਰਬਾਣੀ ਦੀ ਸੂਝ ਆਵੇ ਔਰ ਐਸੇ ਦੰਭੀਆਂ ਪਖੰਡੀਆਂ ਦੇ ਡੇਰੇਵਾਦਾਂ ਤੋਂ ਦੂਰ ਹੋ ਕੇ ਇੱਕ ਅਕਾਲ ਪੁਰਖ ਦੇ ਨਾਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੁੜੀਏ, ਜਿਸ ਕਰਕੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਸਾਡਾ ਹੋ ਜਾਵੇ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਤੋ ਸਾਧ ਸੰਗਤ ਜੀ ਜਿੰਨਾ ਕੁ ਸਮਾਂ ਬਖਸ਼ਿਸ਼ ਕੀਤਾ ਸੀ, ਤਕਰੀਬਨ ਸਮੇਂ ਦੀ ਸਮਾਪਤੀ ਹੈ। ਸੰਗਤ ਦਾ, ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪ ਜੀ ਦੇ ਦਰਸ਼ਨ ਦਿਦਾਰੇ ਕਰਨ ਦਾ ਸਮਾਂ ਬਖਸ਼ਿਆ। ਤੋ ਸਾਧ ਸੰਗਤ ਜੀ ਦਾਸ ਦੂਜੀ ਵਾਰੀ ਇਸ ਸਥਾਨ ਤੇ ਹਾਜ਼ਰੀ ਭਰ ਰਿਹਾ ਹੈ। ਪਿਛਲੇ ਸਮੇਂ ਦੇ ਵਿੱਚ ਵੀ ਇੱਕ ਵਾਰੀ ਹਾਜ਼ਰੀ ਭਰਨ ਦਾ ਸਮਾਂ ਮਿਲਿਆ ਸੀ। ਉਸ ਵੇਲੇ ਦਰਬਾਰ ਇਹ ਪੂਰੀ ਤਰ੍ਹਾਂ ਦੇ ਨਾਲ ਮੁਕੰਮਲ ਨਹੀਂ ਸੀ ਹੋਇਆ। ਥੋੜੇ ਹੀ ਸਮੇਂ, ਥੋੜੀ ਜਗ੍ਹਾ ਦੇ ਵਿੱਚ ਦੀਵਾਨ ਲੱਗਾ ਹੋਇਆ ਸੀ। ਪਰ ਹੁਣ ਸਤਿਗੁਰਾਂ ਦੀ ਕਿਰਪਾ ਦਾ ਸਦਕਾ, ਆਪ ਸੰਗਤ ਦੇ ਸਹਿਯੋਗ ਔਰ ਪ੍ਰਬੰਧਕਾਂ ਦੀ ਉਦਮਤਾ ਸਦਕਾ ਆਪਾਂ ਵੇਖ ਰਹੇ ਹਾਂ ਬਹੁਤ ਹੀ ਸੁੰਦਰ ਬਿਲਡਿੰਗ ਬਣੀ ਹੋਈ ਹੈ। ਔਰ ਸਾਧ ਸੰਗਤ ਜੀ ਇਹ ਗੁਰੂ ਕੇ ਕਾਰਜ ਜਿਹੜੇ ਹੁੰਦੇ ਨੇ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਚੱਲਦੇ ਨੇ। ਮਾਇਆ ਸਫਲ ਹੁੰਦੀ ਹੈ ਜਦੋਂ ਆਪਾਂ ਪਰਉਪਕਾਰ ਵਾਸਤੇ, ਗੁਰੂ ਘਰਾਂ ਵਾਸਤੇ ਵਰਤਦੇ ਹਾਂ। ਤੋ ਐਸਾ ਇਹਨਾਂ ਪ੍ਰਬੰਧਕਾਂ ਦਾ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈਣ ਵਾਸਤੇ ਵੱਧ ਤੋਂ ਵੱਧ ਸਾਥ ਅੱਗੇ ਵੀ ਆਪ ਜੀ ਨੇ ਦੇਣਾ ਔਰ ਗੁਰੂ ਕੇ ਚਰਨਾਂ ਦੇ ਨਾਲ ਜੁੜਨ ਦਾ ਆਪ ਜੀ ਨੇ ਹੀਆ ਕਰਨਾ। ਸਤਿਗੁਰੂ ਜੀ ਕਿਰਪਾ ਕਰਨ, ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ, ਨਾਮ ਸਿਮਰਨ ਬਾਣੀ ਪੜ੍ਹਦੇ ਆਂ, ਅਭਿਆਸ ਕਰਦੇ ਆਂ, ਸਤਿਗੁਰਾਂ ਦੀ ਗੁਰਪੁਰੀ ਗੋਬਿੰਦਪੁਰੀ ਦੇ ਵਾਸੀ ਬਣ ਜਾਈਏ। ਤੋ ਇਸ ਪ੍ਰਕਾਰ ਸਾਡਾ ਜਨਮ ਸਫਲ ਹੋਵੇ। ਸਤਿਗੁਰੂ ਜੀ ਕਿਰਪਾ ਕਰਨ। ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾਚਕ, ਹੋਈਆਂ ਹਜ਼ਾਰਾਂ ਭੁੱਲਾਂ ਦੀ ਮਾਫੀ ਆਪ ਜੀ ਨੇ ਬਖਸ਼ਣੀ, ਗੁਰੂ ਸਾਹਿਬ ਜੀ ਬਖਸ਼ ਲੈਣ। ਅੱਗੋਂ ਵਾਸਤੇ ਅਸੀਸ ਦੇਣੀ ਕਿ ਹੋਰ ਵੀ ਸ਼ੁੱਧ ਮਤਬਦ ਦੇ ਨਾਲ ਸੋਧ ਕੇ ਗੁਰੂ ਕੀ ਬਾਣੀ ਦੀ ਵਿਚਾਰ, ਇਤਿਹਾਸ ਦੀ ਵਿਚਾਰ ਕੀਤੀ ਜਾਵੇ। ਆਪ ਸਭ ਸੰਗਤ ਮੇਰੇ ਔਗੁਣਾਂ ਨੂੰ ਨਾ ਚਿਤਾਰਦਿਆਂ ਹੋਇਆ ਅਸੀਸ ਬਖਸ਼ੋ। ਫਤਿਹ ਦੀ ਸਾਂਝ ਪਾਈਏ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਗੁਰੂ ਪਿਆਰੀ ਸਾਹਿਬ